औकात ते ओदी किसी संस्था का प्रधान बनने की भी नहीं है, सरपंच बनने की भी नहीं है, लेकिन नाम रखा प्रधानमंत्री है ना। कि लोग ਜਿਹੜੇ ਨੇ ਉਹ ਸਿੱਖੀ ਨਾਲੋਂ ਟੁੱਟ ਕੇ ਕੋਈ ਕ੍ਰਿਸਚਨ ਬਣੀ ਜਾਂਦਾ ਆ, ਈਸਾਈ ਬਣੀ ਜਾਂਦਾ ਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਅਨਪੜ੍ਹ ਬੂਟ ਘੜਮ ਚੌਧਰੀ ਜਿਹੜੇ ਧਰਮ ਤੇ ਜ਼ਬਰਦਸਤੀ ਠੇਕੇਦਾਰ ਬਣੇ ਹੋਏ ਆ, ਇਹ ਲੋਕ ਮਜਬੂਰ ਕਰਦੇ ਆ। ਬਾਜੇ ਕੇ ਵਾਲਾ ਜਿਹੜਾ ਪ੍ਰਧਾਨ ਮੰਤਰੀ ਆ, ਉਹਨੂੰ 5 ਪਿਆਰਿਆਂ ਦੇ ਨਾਮ ਨਹੀਂ ਪਤਾ, ਉਹਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਪਤਾ, ਉਹਨੂੰ ਗੁਰਬਾਣੀ ਦਾ ਬਿਲਕੁਲ ਨਹੀਂ ਪਤਾ, ਲੇਕਿਨ ਉਹ ਵਿਅਕਤੀ ਉਂਗਲ ਚੁੱਕ ਰਿਹਾ ਵਿੱਕੀ ਥਾਮਸ ਵਰਗੇ ਇੱਕ ਉਹ ਵਿਅਕਤੀ ਦੇ ਉੱਤੇ ਜਿਹੜਾ ਗੈਰ ਜੱਟ ਹੈ ਔਰ ਮਹਾਰਾਸ਼ਟਰ ਤੋਂ ਆਇਆ, ਹਿੰਦੀ ਬੋਲਦਾ ਆ, ਲੇਕਿਨ ਇਹ ਲੋਕ ਜਿਹੜੇ ਨੇ ਇਹ ਸਿੱਖੀ ਨੂੰ ਸਿਰਫ ਪੰਜਾਬ ਦੇ ਵਿੱਚ ਹੀ ਸੀਮਤ ਰੱਖ ਦੇਣਾ ਚਾਹੁੰਦੇ। ਜੇ ਕੋਈ ਸਿੰਘ ਸੱਜ ਕੇ ਸਿੱਖ ਬਣ ਕੇ ਇਹਨਾਂ ਕੋਲੋਂ ਜਿੰਨੇ ਮਹਾਰਾਜ ਦੇ ਸਰੂਪ ਉਹ ਗਾਇਬ ਹੋਏ ਨੇ 328 ਸਰੂਪ, ਜੇ ਉਹਨਾਂ ਦਾ ਹਿਸਾਬ ਮੰਗੂਗਾ ਇਹ ਉਹਨਾਂ ਨੂੰ ਵੀ ਕੁੱਟਮਾਰ ਕਰਨਗੇ। ਜਿਹੜਾ ਦੁਬਈ ਤੋਂ ਟੋਕਨ ਚੋਰੀ ਕਰਦਾ ਹੋਇਆ ਪਹਿਲਾਂ ਮੋਨਾ ਭੋਨਾ ਸੀਗਾ ਤੇ ਅੱਜ ਆਣ ਕੇ ਧਰਮ ਦਾ ਠੇਕੇਦਾਰ ਬਣ ਗਿਆ, ਲੇਕਿਨ ਉਹ ਜੱਟ ਆ, ਉਹਦੇ ਤੇ ਕੋਈ ਇਹਨਾਂ ਜੱਟਾਂ ਦੇ ਵਿੱਚੋਂ ਕੋਈ ਉਂਗਲ ਨਹੀਂ ਚੁੱਕ ਰਿਹਾ। ਬਾਕੀ ਪੰਜਾਬ ਦਾ ਅਸਲ ਸਿੱਖ ਜਿਹੜੇ ਨੇ ਉਹ ਇਹਨਾਂ ਨੂੰ ਐਕਸੈਪਟ ਨਹੀਂ ਕਰਦੇ, ਲੇਕਿਨ ਇਹ ਧਰਮ ਦੇ ਠੇਕੇਦਾਰ ਬਣੇ ਹੋਏ ਮੰਤਰੀ ਬਾਜੀ ਕੇ ਦਾ ਆਪਣਾ ਇਤਿਹਾਸ ਕੀ ਆ, ਆਪਣਾ ਪਿਛੋਕੜ ਕੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੇਰੇ ਭਾਰਤ ਦੇ ਮੂਲ ਨਿਵਾਸੀ ਭੈਣ ਭਰਾਓ, ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ। ਸਾਥੀਓ, ਅੱਜ ਦਾ ਵੀਡੀਓ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ, ਜਦੋਂ ਤੁਸੀਂ ਡਿਸਕ੍ਰਿਪਸ਼ਨ ਪੜੋਗੇ ਤੇ ਆਪ ਜੀ ਨੂੰ ਸਾਰੀ ਗੱਲ ਕਲੀਅਰ ਹੋ ਜਾਣੀ ਹੈ, ਲੇਕਿਨ ਫਿਰ ਵੀ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਦੇਣਾ ਚਾਹੁੰਦਾ ਹਾਂ। ਪੰਜਾਬ ਦੇ ਵਿੱਚ ਜਿਹੜੇ ਸਾਡੇ ਕਿਸਾਨ ਨੇ ਜਾਂ ਜੱਟ ਨੇ ਜਿਹੜੇ ਗੁਰਬਾਣੀ ਦੀ ਮੰਨਦੇ ਆ, ਚੰਗੀ ਸੋਚ ਰੱਖਦੇ ਆ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਦੇ ਇਸ ਫਰਮਾਨ ਦੇ ਉੱਤੇ ਪਹਿਰਾ ਦਿੰਦੇ ਆ, ਉਹ ਸਾਡੇ ਭਰਾ ਨੇ ਔਰ ਉਹਨਾਂ ਦੀ ਸੋਚ ਜਿਹੜੀ ਆ ਬਹੁਤ ਅੱਛੀ ਆ। ਲੇਕਿਨ ਜਿਹੜੇ ਘੜਮ ਚੌਧਰੀ ਨੇ, ਜਿਹੜੇ ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਧਰਮ ਦੇ ਠੇਕੇਦਾਰ ਬਣ ਕੇ ਗੋਲਕਾ ਔਰ ਗੁਰੂ ਘਰਾਂ ਦੇ ਉੱਤੇ ਕਾਬਜ ਨੇ, ਇਹਨਾਂ ਨੂੰ ਕੋਈ ਵੀ ਗੈਰ ਜੱਟ ਅਗਰ ਸਿੱਖੀ ਦੇ ਵਿੱਚ ਐਂਟਰੀ ਮਾਰਦਾ ਆ ਤੇ ਇਹਨਾਂ ਨੂੰ ਤਕਲੀਫ ਹੋ ਜਾਂਦੀ ਆ। ਸਾਥੀਓ, ਅੱਜ ਮੈਂ ਗੱਲ ਕਰਾਂਗਾ ਵਿੱਕੀ ਥਾਮਸ ਦਾ ਬੈਕਗ੍ਰਾਉਂਡ ਜੋ ਮਰਜ਼ੀ ਰਿਹਾ ਹੋਵੇ, ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਆ, ਲੇਕਿਨ ਵਿੱਕੀ ਥਾਮਸ ਮਹਾਰਾਸ਼ਟਰ ਮੁੰਬਈ ਦਾ ਇੱਕ ਉਹ ਵਿਅਕਤੀ ਜਿਹੜਾ ਸਿੱਖੀ ਸਿਧਾਂਤਾਂ ਤੋਂ ਬੜਾ ਪ੍ਰਭਾਵਿਤ ਹੋਇਆ। ਦੇਖੋ, ਜਦੋਂ ਉਹ ਅਲੱਗ-ਅਲੱਗ ਧਰਮਾਂ ਦੀ ਰਿਸਪੈਕਟ ਕਰਦਾ ਆ, ਸੈਕੂਲਰ ਆ, ਉਹ ਆਪਣੇ ਹਿੰਦੂ ਭਰਾਵਾਂ ਨਾਲ ਪਿਆਰ ਕਰਦਾ ਆ, ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਕਰਦਾ ਆ। ਦੇਖੋ, ਮੈਂ ਵੀ ਇੱਕ ਸੈਕੂਲਰ ਵਿਅਕਤੀ ਆ, ਮੈਂ ਸੈਕੂਲਰ ਹੋ ਕੇ ਚੱਲਦਾ ਆ, ਹਰ ਧਰਮ ਨੂੰ ਪਿਆਰ ਕਰਦਾ ਆ। ਇਸੇ ਤਰ੍ਹਾਂ ਵਿੱਕੀ ਥਾਮਸ ਜਿਹੜਾ ਲੜਕਾ ਹੈ ਮਹਾਰਾਸ਼ਟਰ ਤੋਂ, ਮੁੰਬਈ ਤੋਂ ਆਇਆ, ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋਇਆ। ਮੈਂ ਬੜੀ ਦੇਰ ਤੋਂ ਉਹਨੂੰ ਦੇਖ ਰਿਹਾ ਕਿ ਜਦੋਂ ਉਹ ਕ੍ਰਿਸਚਨ ਸੀਗਾ, ਉਹ ਕ੍ਰਿਸਚਨ ਹੋਣ ਦੇ ਬਾਵਜੂਦ ਉਹ ਸਿੱਖੀ ਸਿਧਾਂਤਾਂ ਤੋਂ ਬੜਾ ਪ੍ਰਭਾਵਿਤ ਹੋਇਆ, ਗੁਰੂ ਸਾਹਿਬ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਹ ਅਕਸਰ ਸਿੱਖੀ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਗੱਲਬਾਤ ਕਰਦਾ ਰਹਿੰਦਾ ਸੀਗਾ। ਮੈਂ ਉਹਨੂੰ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ। ਲੇਕਿਨ ਜਿਸ ਤਰ੍ਹਾਂ ਹੀ ਵਿੱਕੀ ਥਾਮਸ ਪੰਜਾਬ ਦੇ ਵਿੱਚ ਐਂਟਰ ਹੁੰਦਾ ਆ ਔਰ ਸਿੰਘ ਸੱਜਦਾ ਆ, ਖਾਲਸਾ ਆ, ਤੇ ਕੁਝ ਉਹ ਲੋਕ ਜਿਨ੍ਹਾਂ ਦਾ ਆਪਣਾ ਪਿਛੋਕੜ ਟਰਾਮਾਡੋਲ ਨਾਲ ਜੁੜਿਆ ਹੋਇਆ ਆ, ਜਿਨ੍ਹਾਂ ਦਾ ਆਪਣਾ ਪਿਛੋਕੜ ਜਿਹੜਾ ਆ ਉਹ ਬੀੜਿਆਂ ਨਾਲ ਜੁੜਿਆ ਹੋਇਆ ਆ, ਜਿਨ੍ਹਾਂ ਦਾ ਆਪਣਾ ਪਿਛੋਕੜ ਜਿਹੜੇ ਮੋਨੇ ਘੋਨੇ ਔਰ ਨਸ਼ੇ ਪੱਤੇ ਕਰਨ ਵਾਲੇ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ, ਜਿਹਦੀ ਸਾਲੀ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ, ਮੀਡੀਆ ਦੇ ਵਿੱਚ ਆਣ ਕੇ ਉਹਦੇ ਤੇ ਉਸ ਨਸ਼ੇੜੀ ਵਿਅਕਤੀ ਦੇ ਉੱਤੇ ਹੋਏ ਪਰਚਿਆਂ ਦਾ ਉਹਦੇ ਖੁਲਾਸੇ ਕੀਤੇ ਵੀ ਇਹ ਕਿਸ ਤਰ੍ਹਾਂ ਦੇ ਨਸ਼ੇ ਕਰਦਾ ਆ। ਮੇਰੀ ਮੁਰਾਦ ਕੋਈ ਬਾਜੇ ਕੇ ਤੋਂ ਆ, ਪ੍ਰਧਾਨ ਮੰਤਰੀ ਆ, ਮਤਲਬ ਔਕਾਤ ਤੇ ਉਹਦੀ ਕਿਸੇ ਸੰਸਥਾ ਦਾ ਪ੍ਰਧਾਨ ਬਣਨ ਦੀ ਵੀ ਨਹੀਂ ਆ, ਸਰਪੰਚ ਬਣਨ ਦੀ ਵੀ ਨਹੀਂ ਆ, ਲੇਕਿਨ ਨਾਮ ਰੱਖਿਆ ਪ੍ਰਧਾਨ ਮੰਤਰੀ ਹੈ ਨਾ। ਉਹ ਕਹਿੰਦੇ ਨਾ ਵੀ ਜਮਾਨੇ ਦੀ ਝੂਠ ਖਾਂਦਾ ਹੋਵੇ, ਲੇਕਿਨ ਮਾਪਿਆਂ ਨੇ ਨਾਮ ਰੱਖਿਆ ਸੁੱਚਾ ਸਿੰਘ ਹੈ। ਤੇ ਭਾਵੇਂ ਘਰ ਦੇ ਵਿੱਚ ਭੰਗ ਭੁੱਜਦੀ ਹੋਵੇ, ਲੇਕਿਨ ਮਾਪਿਆਂ ਨੇ ਨਾਮ ਰੱਖਿਆ ਸੀਗਾ ਜੀ ਅਮੀਰ ਸਿੰਘ, ਰਾਈਟ। ਸੋ ਦੋਸਤੋ, ਇਸੇ ਤਰ੍ਹਾਂ ਔਕਾਤ ਕਿਸੇ ਮਹੱਲੇ ਦੇ
ਪ੍ਰਧਾਨ ਬਣਨ ਦੀ ਵੀ ਨਹੀਂ ਆ ਉਸ ਬੰਦੇ ਦੀ, ਤੇ ਨਾਮ ਰੱਖਿਆ ਆ ਮੰਤਰੀ ਬਾਜੇ ਕੇ। ਉਹਦਾ ਆਪਣਾ ਪਿਛੋਕੜ ਕੀ ਸੀਗਾ, ਲੇਕਿਨ ਅੱਜ ਉਹ ਵਿਅਕਤੀ ਵਿੱਕੀ ਥੋਮਸ ਦੇ ਉੱਤੇ ਉਂਗਲ ਚੁੱਕ ਰਿਹਾ ਆ। ਸਾਥੀਓ, ਉਹ ਇਸ ਕਰਕੇ ਉਂਗਲ ਚੁੱਕੀ ਜਾ ਰਹੀ ਹੈ। ਦੇਖੋ, ਇੱਕ ਬੰਨੇ ਕਿਹਾ ਜਾਂਦਾ ਆ ਕਿ ਲੋਕ ਜਿਹੜੇ ਨੇ ਉਹ ਸਿੱਖੀ ਨਾਲੋਂ ਟੁੱਟ ਕੇ ਕੋਈ ਕ੍ਰਿਸਚਨ ਬਣੀ ਜਾਂਦਾ ਆ, ਈਸਾਈ ਬਣੀ ਜਾਂਦਾ ਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਅਨਪੜ੍ਹ ਬੂਟ ਕੜਮ ਚੌਧਰੀ ਜਿਹੜੇ ਧਰਮ ਤੇ ਜ਼ਬਰਦਸਤੀ ਠੇਕੇਦਾਰ ਬਣੇ ਹੋਏ ਆ, ਇਹ ਲੋਕ ਮਜਬੂਰ ਕਰਦੇ ਆ। ਤੁਸੀਂ ਇਹ ਸੋਚ ਕੇ ਦੇਖੋ ਵੀ ਕ੍ਰਿਸਚੈਨਿਟੀ ਪੂਰੇ ਵਰਲਡ ਦੇ ਵਿੱਚ ਆ, ਜਿੰਨੇ ਪੂਰੇ ਵਰਲਡ ਦੇ ਵਿੱਚ ਦੇਸ਼ ਨੇ, ਉਹ ਸਭ ਕ੍ਰਿਸਚੈਨਿਟੀ ਬਾਈਬਲ ਦੇ ਸਿਧਾਂਤਾਂ ਦੇ ਉੱਤੇ ਉਹਨਾਂ ਦੇ ਸੰਵਿਧਾਨ ਬਣੇ ਹੋਏ ਨੇ, ਔਰ ਉਹ ਸਭ ਨੂੰ ਗਲ ਨਾਲ ਲਾਉਂਦੇ ਆ। ਐਵੇਂ ਨਹੀਂ ਲੋਕ 50-50 ਲੱਖ ਰੁਪਇਆ ਖਰਚ ਕਰਦੇ ਆ, ਐਵੇਂ ਨਹੀਂ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾ ਕੇ, ਡੌਂਕੀਆਂ ਲਾ ਕੇ ਲੋਕ ਬਾਹਰ ਨੂੰ ਭੱਜਦੇ ਆ। ਐਵੇਂ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਜੇ ਬੇਗਮਪੁਰਾ ਹੈਗਾ ਆ, ਜੇ ਬੇਗਮਪੁਰਾ ਆ, ਉਹ ਗਲ ਨਾਲ ਲਾਉਂਦੇ ਆ। ਕ੍ਰਿਸਚੈਨਿਟੀ ਦੇ ਸਿਧਾਂਤ ਨੇ, ਬਾਈਬਲ ਦੇ ਸਿਧਾਂਤ ਨੇ। ਐਵੇਂ ਤਾਂ ਨਹੀਂ ਇਹ ਲੋਕ 2 ਨੰਬਰ ਦੇ ਨਾਲ ਬਾਹਰ ਪਹੁੰਚਦੇ। ਕਈ ਵਾਰੀ ਪਿਓ ਪੁੱਤ ਸਾਂਢੂ ਬਣ ਜਾਂਦੇ ਆ, ਫਿਰ ਵੀ ਬਾਹਰਲੇ ਮੁਲਕਾਂ ਨੂੰ ਜਾਂਦੇ ਆ। ਕਈ ਵਾਰੀ ਰਿਸ਼ਤੇਦਾਰ ਧੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾ ਲੈ ਕੇ ਬਾਹਰ ਨੂੰ ਜਾਂਦੇ ਆ। ਕਿਉਂ? ਇਹਨਾਂ ਨੂੰ ਇੰਨੇ ਖੇਖੜ ਕਿਉਂ ਕਰਨੇ ਪੈਂਦੇ ਆ, ਇੰਨੇ ਪਾਪੜ ਕਿਉਂ ਵੇਲਣੇ ਪੈਂਦੇ ਆ? ਕਿਉਂਕਿ ਸਾਥੀਓ, ਬਾਹਰਲੇ ਮੁਲਕਾਂ ਦੀ ਜਿਹੜਾ ਸੰਵਿਧਾਨ ਆ ਬਾਹਰਲੇ ਮੁਲਕਾਂ ਦਾ, ਉਹ ਸੰਵਿਧਾਨ ਬਾਈਬਲ ਦੇ ਸਿਧਾਂਤਾਂ ਤੇ ਚੱਲਦਾ ਆ, ਬਰਾਬਰਤਾ ਦੀ ਗੱਲ ਕਰਦਾ ਆ, ਸਭ ਨੂੰ ਗਲ ਨਾਲ ਲਾਉਂਦਾ ਆ, ਪਿਆਰ ਸਿਖਾਉਂਦਾ ਆ। ਇਸੇ ਕਰਕੇ ਤੇ ਇੱਥੋਂ ਭੱਜ ਕੇ ਬਾਹਰ ਨੂੰ ਜਾਂਦੇ ਆ। ਲੇਕਿਨ ਉਹ ਵਿਅਕਤੀ ਜਿਹਦਾ ਆਪਣਾ ਪਿਛੋਕੜ ਨਸ਼ੇ ਪੱਤੇ ਨਾਲ ਜੁੜਿਆ ਸੀ, ਚਿੱਟੇ ਦਾ ਕੰਮ ਕਰਦਾ ਸੀ, ਔਰ ਖੁਦ ਨਸ਼ਾ ਪੱਤਾ ਕਰਦਾ, ਟਰਾਮਾਡੋਲ ਦੀਆਂ ਗੋਲੀਆਂ ਖਾਧੇ ਬਿਨਾ ਉਹਦੇ ਕੋਲ ਬੋਲ ਵੀ ਨਹੀਂ ਹੁੰਦਾ। ਈਵਨ ਉਹਦੀ ਸਾਲੀ ਨੇ ਆਣ ਕੇ ਖੁਲਾਸਾ ਕੀਤਾ ਸੀ ਵੀ ਉਹਦੇ ਤੇ ਕਿਸ ਤਰੀਕੇ ਦੇ ਨਾਲ ਪਰਚੇ ਵੀ ਹੋਏ ਨੇ। ਉਹ ਵਿਅਕਤੀ ਖਾਲਸਾ ਬਣਦਾ, ਲੇਕਿਨ ਉਹਨੂੰ ਦੁਨੀਆ ਐਕਸੈਪਟ ਕਰਦੀ ਹੈ ਕਿਉਂਕਿ ਉਹ ਵਿਅਕਤੀ ਜੱਟ ਹੈ। ਇਸ ਕਰਕੇ ਉਹਨੂੰ ਸਿੱਖ ਬਣਨ ਦਾ ਅਧਿਕਾਰ ਹੈ। ਉਸ ਭਾਵੇਂ ਨਸ਼ੇੜੀ ਸੀ, ਭਾਵੇਂ ਉਹਦਾ ਪਿਛੋਕੜ ਕੁਝ ਵੀ ਸੀਗਾ, ਲੇਕਿਨ ਉਹਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਨਹੀਂ, ਸਾਰਿਆਂ ਨੇ ਨਹੀਂ, ਜੱਟਾਂ ਨੇ ਉਹਨੂੰ ਐਕਸੈਪਟ ਕਰ ਲਿਆ ਵੀ ਹਾਂ ਵੀ ਇਹ ਖਾਲਸਾ। ਉਹਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ 5 ਪਿਆਰੇ ਗੁਰੂ ਕਲਗੀਧਰ ਪਿਤਾ ਨੇ ਜਿਨ੍ਹਾਂ ਤੋਂ ਅੰਮ੍ਰਿਤ ਛਕਿਆ, ਪਹਿਲਾਂ 5 ਪਿਆਰੇ ਸਾਜੇ, ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ। ਉਹ 5 ਪਿਆਰਿਆਂ ਦਾ ਵੀ ਉਸ ਬਾਜੇ ਕੇ ਵਾਲਾ ਜਿਹੜਾ ਪ੍ਰਧਾਨ ਮੰਤਰੀ ਆ, ਉਹਨੂੰ 5 ਪਿਆਰਿਆਂ ਦੇ ਨਾਮ ਨਹੀਂ ਪਤਾ, ਉਹਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਪਤਾ, ਉਹਨੂੰ ਗੁਰਬਾਣੀ ਦਾ ਬਿਲਕੁਲ ਨਹੀਂ ਪਤਾ। ਲੇਕਿਨ ਉਹ ਵਿਅਕਤੀ ਉਂਗਲ ਚੁੱਕ ਰਿਹਾ ਵਿੱਕੀ ਥਾਮਸ ਵਰਗੇ ਇੱਕ ਉਹ ਵਿਅਕਤੀ ਦੇ ਉੱਤੇ ਜਿਹੜਾ ਗੈਰ ਜੱਟ ਹੈ ਔਰ ਮਹਾਰਾਸ਼ਟਰ ਤੋਂ ਆਇਆ, ਹਿੰਦੀ ਬੋਲਦਾ ਆ। ਲੇਕਿਨ ਇਹ ਲੋਕ ਜਿਹੜੇ ਨੇ, ਇਹ ਸਿੱਖੀ ਨੂੰ ਸਿਰਫ ਪੰਜਾਬ ਦੇ ਵਿੱਚ ਹੀ ਸੀਮਤ ਰੱਖ ਦੇਣਾ ਚਾਹੁੰਦੇ ਨੇ। ਇਸ ਪੰਜਾਬ ਦੇ ਵਿੱਚ ਵੀ ਜਿਹੜੇ ਗੈਰ ਜੱਟ ਨੇ, ਚਾਹੇ ਉਹ ਰਾਮਗੜੀਏ ਹੋਣ, ਚਾਹੇ ਉਹ ਸੁਨਿਆਰੇ ਹੋਣ, ਚਾਹੇ ਉਹ ਮਜ਼੍ਹਬੀ ਸਿੱਖ ਹੋਣ, ਚਾਹੇ ਉਹ ਰਵਿਦਾਸੀਏ ਸਿੱਖ ਹੋਣ, ਕੋਈ ਵੀ ਦੂਸਰੀਆਂ ਜਿਹੜੀਆਂ ਅਖੌਤੀ ਜਾਤਾਂ ਨੇ, ਉਹਨਾਂ ਦੇ ਕਿਸੇ ਵੀ ਬੰਦੇ ਨੂੰ ਇਹ ਸਿੱਖ ਐਕਸੈਪਟ ਨਹੀਂ ਕਰਦੇ। ਲੇਕਿਨ ਆਪ ਇਹ ਘੋਨੇ ਮੋਨੇ ਹੋਣ, ਆਪ ਇਹ ਨਸ਼ੇ ਪੱਤੇ ਕਰਦੇ ਹੋਣ, ਚਿੱਟਾ ਵੇਚਦੇ ਰਹੇ ਹੋਣ, ਚਿੱਟਾ ਪੀਂਦੇ ਰਹੇ ਹੋਣ, ਔਰ ਜਰਦਾ ਲਾਉਂਦੇ ਰਹੇ ਹੋਣ, ਬੀੜੀਆਂ ਪੀਂਦੇ ਰਹੇ ਹੋਣ, ਲੇਕਿਨ ਆਪ ਅਗਰ ਇਹ ਧਰਮ ਦੇ ਠੇਕੇਦਾਰ ਬਣ ਗਏ ਆ, ਜ਼ਬਰਦਸਤੀ ਪੱਗਾਂ 'ਚ ਸਿਰ ਫਸਾਲਿਆ, ਤੇ ਇਹਨਾਂ ਦੀ ਬਰਾਦਰੀ ਦੇ ਲੋਕ ਐਕਸੈਪਟ ਕਰਦੇ ਆ ਵੀ ਇਹ ਖਾਲਸਾ ਬਣ ਗਿਆ। ਲੇਕਿਨ ਵਿੱਕੀ ਥਾਮਸ ਜਿਹੜਾ ਇੱਕ ਕ੍ਰਿਸਚਨ ਹੋ ਕੇ ਅਗਰ ਉਹਨੂੰ ਸਿੱਖੀ ਸਿਧਾਂਤ ਅੱਛੇ ਲੱਗੇ ਨੇ, ਅਗਰ ਉਹ ਖਾਲਸਾ ਬਣਿਆ, ਤੇ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਸਾਥੀਓ, ਇਹ ਲੋਕ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰਦੇ। ਇਸੇ ਤਰ੍ਹਾਂ ਜਦੋਂ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਆਪਣੇ 35 ਮਹਾਂਪੁਰਸ਼ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹਨ, ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਟਰਾਂਸਲੇਟਡ ਜੋ ਉਹਨਾਂ ਦਾ ਸਰੂਪ ਹੈ, ਜੋ ਟਰਾਂਸਲੇਸ਼ਨ ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਗਲਿਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਉਹਨਾਂ ਨੂੰ ਸਟੱਡੀ ਕੀਤਾ, ਉਹ ਬੜੇ ਮੁਖਾਤਬ ਹੋਏ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖ ਕੇ ਉਹਨਾਂ ਨੇ ਭਾਰਤ ਦਾ ਸੰਵਿਧਾਨ ਬਣਾਇਆ, ਤਾਂ ਕਿ ਭਾਰਤ ਦੇ ਵਿੱਚ ਜਾਤ ਪਾਤ ਰਹਿਤ ਇੱਕ ਦੇਸ਼ ਦੀ ਸਿਰਜਣਾ ਕੀਤੀ ਜਾਵੇ, ਬਰਾਬਰਤਾ ਦੀ ਗੱਲ ਕੀਤੀ ਜਾਵੇ, ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਵੇ। ਲੇਕਿਨ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ
ਜਦੋਂ ਉਹਨਾਂ ਦੇ ਵਿੱਚ ਇਹ ਮਨ, ਉਹ ਤੇ ਭਾਰਤ ਦੇ ਹੀ ਰਹਿਣ ਵਾਲੇ ਨੇ ਲੇਕਿਨ ਉਹ ਵੀ ਮਹਾਰਾਸ਼ਟਰ ਦੇ ਸੀਗੇ, ਉਹ ਜਦੋਂ ਸਿੱਖ ਬਣਨ ਦਾ ਫੈਸਲਾ ਕਰਦੇ ਨੇ ਕਿ ਮੈਂ ਵੀ ਸਿੰਘ ਸੱਜ ਜਾਣਾ ਆ, ਤੇ ਜਦੋਂ ਉਹ ਹਰਮੰਦਰ ਸਾਹਿਬ ਪਹੁੰਚਦੇ ਆ 7 ਕਰੋੜ ਅਖੌਤੀ ਅਛੂਤ, ਜਿਨ੍ਹਾਂ ਨੂੰ ਬਿੱਪਰ ਅਛੂਤ ਕਹਿੰਦਾ ਆ, ਉਹਨਾਂ ਦੇ ਨੁਮਾਇੰਦੇ ਬਣ ਕੇ ਜਦੋਂ ਉੱਥੇ ਪਹੁੰਚਦੇ ਆ ਤੇ ਉੱਥੇ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਉੱਥੇ ਬਿੱਪਰ ਬਿੱਪਰ ਹੋਣ ਦਾ ਸਬੂਤ ਦਿੰਦੇ ਸੀ। ਹਰਨਾਮ ਸਿੰਘ ਡੱਲਾ, ਇਹਨਾਂ ਨੂੰ ਮੈਂ ਸਿੰਘ ਨਹੀਂ ਕਹਿ ਸਕਦਾ, ਇਹ ਲੋਕ ਉਹ ਲੋਕ ਸਨ ਜਿਹੜੇ ਸਿੱਖੀ ਨੂੰ ਕਦੀ ਵੀ ਵਧਣ ਫੁੱਲਣ ਨਹੀਂ ਦੇਣਾ ਚਾਹੁੰਦੇ। ਅਗਰ ਕੋਈ ਵੀ ਵਿਅਕਤੀ ਅਗਰ ਸਿੱਖੀ ਨਾਲ ਜੁੜਨਾ ਚਾਹੁੰਦਾ ਆ, ਇਹ ਉਹਦੇ ਤੇ ਉਂਗਲਾਂ ਚੁੱਕਦੇ ਨੇ, ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਉਹਨਾਂ ਦੀ ਜਾਤ ਇਹਨਾਂ ਨੂੰ ਨਜ਼ਰ ਆਉਂਦੀ ਆ, ਉਹ ਸਿੱਖ ਬਣ ਗਿਆ ਇਹ ਨਹੀਂ ਨਜ਼ਰ ਆਉਂਦਾ। ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜਦੋਂ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਮੈਂ ਵੀ ਸਿੰਘ ਸੱਜਣਾ ਚਾਹੁੰਦਾ ਆ, ਤੇ ਇਹਨਾਂ ਨੇ, ਮਾਫ ਕਰਨਾ ਮੈਂ ਉਹ ਸ਼ਬਦ ਨਹੀਂ ਜਾਤੀ ਸੂਚਕ ਬੋਲਣਾ ਚਾਹੁੰਦਾ ਸੀ ਪਰ ਮੈਨੂੰ ਬੋਲਣ ਲਈ ਮਜਬੂਰ ਹੋਣਾ ਪੈ ਰਿਹਾ, ਮਾਸਟਰ ਤਾਰਾ ਸਿੰਘ ਵਰਗੇ, ਹਰਨਾਮ ਡੱਲੇ ਵਰਗੇ ਤੇ ਹੋਰ ਉੱਥੇ ਜਿਹੜੇ ਵਿਪਰਵਾਦੀ ਪੱਗਾਂ ਬੰਨ ਕੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਪਾਰਟੀਆਂ ਬਣਾ ਕੇ ਉੱਥੇ ਕਾਬਜ ਸਨ, ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਹੁਣ ਸਿੱਖੀ ਜਿਹੜੀ ਆ ਉਹਦੇ 'ਚ ਚੂੜੇ ਚਮਾਰ ਸ਼ਾਮਲ ਹੋਣ ਜਾ ਰਹੇ ਆ। ਮਾਫ ਕਰਨਾ ਇਹ ਸ਼ਬਦ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਲੇਕਿਨ ਮਜਬੂਰ ਹੋ ਕੇ ਬੋਲਣਾ ਪਿਆ। ਸਿੱਖੀ ਜਿਹੜੀ ਸੀ, ਅਗਰ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਸਿੰਘ ਸੱਜਦੇ, ਸਿੱਖ ਬਣ ਜਾਂਦੇ, ਤੇ ਅੱਜ ਸਿੱਖੀ ਜਿਹੜੀ ਸੀ ਉਹ ਪੂਰੇ ਭਾਰਤ ਦੇ ਵਿੱਚ ਉਹਦਾ ਪ੍ਰਚਾਰ ਹੋਣਾ ਸੀਗਾ, ਪੂਰੇ ਭਾਰਤ ਦੇ ਵਿੱਚ ਫੈਲਣੀ ਸੀਗੀ, ਕਿਉਂਕਿ ਅਸੀਂ ਜਿਹੜੀ ਇਹ ਵਿਚਾਰਧਾਰਾ ਹੈ ਗੁਰੂਆਂ ਦੀ, ਇਹਨੂੰ ਫੈਲਾਉਣਾ ਆ। ਲੇਕਿਨ ਧਰਮ ਦੇ ਠੇਕੇਦਾਰਾਂ ਨੇ ਸਿਰਫ ਆਪ ਇਸ ਧਰਮ ਨੂੰ ਬਿਜ਼ਨਸ ਬਣਾ ਕੇ ਗੋਲਕਾਂ ਤੇ ਧਾਰਮਿਕ ਸਥਾਨਾਂ ਦੇ ਉੱਤੇ ਕਾਬਜ ਹੋ ਕੇ, ਤਾਂ ਕਿ ਇਹ ਸਿੱਖੀ ਜਿਹੜੀ ਹੈ ਇਹ ਫੈਲੇ ਨਾ। ਹਾਂ, ਲੋਕੀ ਮੱਥਾ ਟੇਕਣ ਆਉਣ, ਪੈਸਾ ਚੜਾ ਜਾਣ, ਸੋਨਾ ਚੜਾ ਜਾਣ, ਦਾਨ ਦਕਸ਼ਨਾ ਦੇ ਜਾਣ, ਲੇਕਿਨ ਸਿੱਖੀ ਦੇ ਵਿੱਚ ਆਉਣ ਨਾ, ਕਿਉਂਕਿ ਜੇ ਸਿੱਖੀ ਦੇ ਆਉਣਗੇ ਤੇ ਪੜ੍ਹੇ ਲਿਖੇ ਬੁੱਧੀਜੀਵੀ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ। ਤੁਸੀਂ ਸੋਚ ਕੇ ਦੇਖੋ ਵੀ 13 ਅਰਬ ਰੁਪਏ ਦਾ ਬਜਟ ਹੋਵੇ, ਲੇਕਿਨ ਜਿੰਨੀਆਂ ਵੀ ਐਜੂਕੇਸ਼ਨ ਸੰਸਥਾਵਾਂ ਨੇ, ਕੋਈ ਹਸਪਤਾਲ ਨਹੀਂ ਇਹਨਾਂ ਵੱਲੋਂ ਫ੍ਰੀ ਆਫ ਕਾਸਟ, ਕੋਈ ਫ੍ਰੀ ਆਫ ਕਾਸਟ ਐਜੂਕੇਸ਼ਨ ਦਾ ਨਹੀਂ ਆ, ਕਿਉਂਕਿ ਜਦੋਂ ਕੋਈ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵਰਗਾ, ਵਿੱਕੀ ਥਾਮਸ ਵਰਗਾ ਵਿਅਕਤੀ ਜਿਹੜਾ ਗੈਰ ਜੱਟ ਹੈ, ਜਿਹੜਾ ਬਾਹਰਲੀ ਸਟੇਟ ਚੋਂ ਆਣ ਕੇ ਪੰਜਾਬ ਦੇ ਵਿੱਚ ਉਹ ਸਿੱਖ ਬਣ ਰਿਹਾ ਹੈ, ਤੇ ਉਹ ਅਗਰ ਇਹਦੇ ਵਿੱਚ ਸਿੱਖੀ ਦੇ ਵਿੱਚ ਫਲਸਫੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਆ, ਤੇ ਉਹਨੂੰ ਪੂਲਾ ਕਿਹਾ ਜਾਂਦਾ। ਪੂਲੇ ਨੇ ਰੇਪ ਕੀਤੇ ਸੀਗੇ, ਪੂਲੇ ਨੇ ਹੋਰ ਵੀ ਕਈ ਗਲਤ ਕੰਮ ਕੀਤੇ ਸੀਗੇ, ਕੋਈ ਧੀਆਂ ਭੈਣਾਂ ਦੇ ਕਤਲ ਕੀਤੇ ਸੀਗੇ, ਜਿਹਦੀ ਸਜ਼ਾ ਉਸ ਨੂੰ ਭਾਈ ਹਰਚੰਦ ਸਿੰਘ ਹੋਣਾ ਨੇ ਦੇ ਦਿੱਤੀ ਸੀਗੀ। ਸੋ ਇਹਨੇ ਕੋਈ ਗਲਤ ਕੰਮ ਨਹੀਂ ਕੀਤੇ। ਹਰ ਵਿਅਕਤੀ ਦਾ ਇੱਕ ਪਿਛੋਕੜ ਹੁੰਦਾ ਹੈ, ਹਰ ਵਿਅਕਤੀ ਦੇ ਨਾਲ ਜੇ ਕੋਈ ਰਜ਼ਾਮੰਦੀ ਦੇ ਨਾਲ ਉਹਦੇ ਪਿਛੋਕੜ 'ਚ ਅਗਰ ਉਹਦੇ ਨਾਲ ਉਹਦੀਆਂ ਕੋਈ ਗਰਲਫ੍ਰੈਂਡ ਸੀ ਜਾਂ ਉਹਦੀ ਕੋਈ ਦੋਸਤ ਸੀ, ਅਗਲਾ ਕਰਦਾ ਰਿਹਾ, ਉਹ ਡਿਨਾਈ ਨਹੀਂ ਕਰਦਾ, ਲੇਕਿਨ ਉਹ ਆਪਣੇ ਆਪ ਨੂੰ ਸੁਧਾਰਦਾ ਹੋਇਆ, ਬਦਲਦਾ ਹੋਇਆ, ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੁੰਦਾ ਹੋਇਆ ਉਹ ਸਿੰਘ ਸੱਜ ਗਿਆ। ਲੇਕਿਨ ਇਹਨਾਂ ਧਰਮ ਦੇ ਠੇਕੇਦਾਰ ਜੱਟਾਂ ਨੂੰ, ਜਿਹੜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਉੱਤੇ, ਪ੍ਰਬੰਧਕ ਕਮੇਟੀ ਦੇ ਉੱਤੇ ਇਹ ਸੱਪ ਵਾਂਗੂ ਕੁੰਡਲੀ ਮਾਰ ਕੇ ਬੈਠੇ ਆ, ਆਪਣੇ ਕਬਜ਼ੇ 'ਚ ਕਰਕੇ ਬੈਠੇ ਆ, 40,000 ਏਕੜ ਜ਼ਮੀਨ, 40,000 ਏਕੜ ਜ਼ਮੀਨ ਪੰਜਾਬ ਦੇ ਵਿੱਚ ਗੁਰੂ ਘਰਾਂ ਦੀ ਆ, ਜਿਹਦਾ ਠੇਕਾ ਆਉਂਦਾ ਆ 13 ਅਰਬ ਰੁਪਏ ਦਾ, ਉਹਦਾ 1 ਸਾਲ ਦਾ ਬਜਟ ਆ, ਉਹ ਸਾਰਾ ਕਿਹਦੇ ਕੋਲ ਜਾ ਰਿਹਾ? ਇਹਨਾਂ ਕੋਲ। ਹਿਸਾਬ ਜਦੋਂ ਕੋਈ ਮੰਗੂਗਾ ਇਹਨਾਂ ਨੇ ਕਹਿਣਾ ਵੀ ਤੁਸੀਂ ਕੌਣ ਹੁੰਦੇ ਹੋ ਹਿਸਾਬ ਮੰਗਣ ਵਾਲੇ? ਜੇ ਕੋਈ ਸਿੰਘ ਸੱਜ ਕੇ ਸਿੱਖ ਬਣ ਕੇ ਇਹਨਾਂ ਕੋਲੋਂ ਜਿੰਨੇ ਮਹਾਰਾਜ ਦੇ ਸਰੂਪ ਉਹ ਗਾਇਬ ਹੋਏ ਨੇ 328 ਸਰੂਪ, ਜੇ ਉਹਨਾਂ ਦਾ ਹਿਸਾਬ ਮੰਗੂਗਾ ਇਹ ਉਹਨਾਂ ਨੂੰ ਵੀ ਕੁੱਟਮਾਰ ਕਰਨਗੇ, ਕਿਉਂਕਿ ਇਹਨਾਂ ਨੇ ਧਾਰਮਿਕ ਸਥਾਨਾਂ ਨੂੰ, ਗੁਰਬਾਣੀ ਨੂੰ ਉਹਦੇ ਉੱਤੇ ਕਬਜ਼ਾ ਕਰ ਲਿਆ। ਉਹਦੀ ਮੰਨਦੇ ਨਹੀਂ ਆ ਲੇਕਿਨ ਉਹਦਾ ਬਿਜ਼ਨਸ ਕਰ ਰਹੇ ਆ, ਤੇ ਇਹਨਾਂ ਨੂੰ ਡਰ ਲੱਗਦਾ ਆ ਕਿ ਇਸ ਬਿਜ਼ਨਸ ਤੋਂ ਜਿਹੜੀ ਸਾਨੂੰ ਕਮਾਈ ਹੋ ਰਹੀ ਆ ਕਿਤੇ ਉਹਦਾ ਕੋਈ ਹਿਸਾਬ ਨਾ ਮੰਗ ਲਵੇ। ਜੇ ਵਿੱਕੀ ਥਾਮਸ ਵਰਗਾ ਸਿੰਘ ਸੱਜ ਗਿਆ, ਉਹ ਕੱਲ ਨੂੰ ਇਹਨਾਂ ਕੋਲੋਂ ਹਿਸਾਬ ਮੰਗ ਸਕਦਾ ਸੀਗਾ। ਹਾਂ, ਅਗਰ ਗੱਲ ਕਰਦੇ ਆਪਾਂ ਆ ਜਿਹੜਾ ਦੁਬਈ ਤੋਂ ਟੋਕਨ ਚੋਰੀ ਕਰਦਾ ਹੋਇਆ, ਪਹਿਲਾਂ ਮੋਨਾਕੋ ਸੀਗਾ ਤੇ ਅੱਜ ਆਣ ਕੇ ਧਰਮ ਦਾ ਠੇਕੇਦਾਰ ਬਣ ਗਿਆ, ਲੇਕਿਨ ਉਹ ਜੱਟ ਆ, ਉਹਦੇ ਤੇ ਕੋਈ ਇਹਨਾਂ ਜੱਟਾਂ ਦੇ ਵਿੱਚੋਂ ਕੋਈ ਉਂਗਲ ਨਹੀਂ ਚੁੱਕ ਰਿਹਾ। ਬਾਕੀ ਪੰਜਾਬ ਦਾ ਅਸਲ ਸਿੱਖ ਜਿਹੜੇ ਨੇ ਉਹ ਇਹਨਾਂ ਨੂੰ ਐਕਸੈਪਟ ਨਹੀਂ ਕਰਦੇ, ਲੇਕਿਨ ਇਹ ਧਰਮ ਦੇ ਠੇਕੇਦਾਰ ਬਣੇ ਹੋਏ ਮੰਤਰੀ ਬਾਜੀ ਕੇ ਦਾ ਆਪਣਾ ਇਤਿਹਾਸ ਕੀ ਆ, ਆਪਣਾ ਪਿਛੋਕੜ ਕੀ ਆ? ਜੇ ਇਦਾਂ ਦਾ ਬੰਦਾ ਜਿਹਨੂੰ ਗੁਰਬਾਣੀ ਦੇ ਬਾਰੇ ਕੋਈ ਅਕਲ ਨਹੀਂ, ਉਹਨੂੰ 5 ਪਿਆਰਿਆਂ ਦੇ ਨਾਮ ਨਹੀਂ ਪਤਾ, ਉਸਨੂੰ ਗੁਰਬਾਣੀ ਦਾ ਕੋਈ ਸ਼ਬਦ ਨਹੀਂ ਆਉਂਦਾ, ਗੁਰਬਾਣੀ ਦਾ ਕੋਈ ਉਹਨੂੰ ਅੱਖਰ ਨਹੀਂ ਯਾਦ, ਕਿਸੇ ਤਰ੍ਹਾਂ ਦੀ ਉਹਨੂੰ ਜਾਣਕਾਰੀ ਨਹੀਂ, ਤਾਂ ਈਵਨ 10 ਗੁਰੂ ਸਾਹਿਬਾਨਾਂ ਦੇ ਨਾਮ ਮੈਂ ਗਰੰਟੀ ਦੇਣਾ ਵੀ ਜਿਹਨੂੰ ਕਿਤੇ ਪੁੱਛ ਲਏ ਜਾਣ ਤੇ ਉਹਨੂੰ ਉਹ ਵੀ ਨਹੀਂ ਪਤਾ ਹੋਣਗੇ ਵੀ 10 ਗੁਰੂ ਸਾਹਿਬਾਨ ਕੌਣ ਸੀਗੇ।
बस सिर दे लो सिर लेना, सिर देना सिर लेना। मैनू ये दसो, गुरु कलगीधर पिता जी ने जो मुगलों का टाइम से जो बाहरों धाड़वी आन के लड़ते सी, उन्होंने गुरु कलगीधर पिता जी ने अपन धियां भैणां दी कौम देश की राखी करने वास्ते सानू किरपान बख्शिश की सी, लेकिन वो उस समय की जरूरत सी। अज तो वो सिर्फ एक आइडेंटिफिकेशन है एक सिंह दी एक सिख दी, राइट। लेकिन ये लोग गुरबाणी नहीं पढ़ रहे, ये लोग कलम नूं निंद रहे हैं। ये कह रहे हैं कि पढ़ाई आदमी नूं कमजोर करती है। वीरो, जिथे गुरबाणी सानू ये गल कहती है, गुरबाणी सानू ये गल कहती है कि विद्या विचारी तो परोपकारी, जेड़ा बंदा विद्या हासिल कर लूगा वो परोपकारी हो जाऊगा। मेरे वीरो, ये कहते हैं जी कलम बंदे नूं कमजोर कर दी है, हथियार। मैनूं तुसीं ये दसो, अज भारत देश दे विच सिखां दा कोई दुश्मन है ही नहीं है। हाँ, सिखां दे विच कुछ गद्दार ने जिन्हां ने उस टाइम के उत्ते गोरियां दे टाइम के उत्ते भी सिखां दियां मुखबरियां कर करके खूहां दे विच दरियावां दे विच जहर मिलाउंदे रहे। कौन सीगा जी? वो बादल परिवार, जिन्हां ने सिखां नाल गद्दारियां कीतियां। मैनूं तुसीं एक गल दा जवाब देवो कि ਜਿਹੜੀ ਅੱਜ ਇਹ ਕਹਿੰਦੇ ਨੇ ਕਿ ਵਿੱਕੀ ਥਾਮਸ ਦੀਆਂ ਕਾਂਗਰਸ ਦੇ ਨਾਲ ਫੋਟੋਆਂ ਨੇ, ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ ਫੋਟੋਆਂ ਨੇ, ਸੋਨੀਆ ਗਾਂਧੀ ਦੇ ਨਾਲ ਫੋਟੋਆਂ ਨੇ, ਰਾਜੀਵ ਗਾਂਧੀ ਦੇ ਨਾਲ ਫੋਟੋਆਂ ਨੇ। ਮੈਨੂੰ ਤੁਸੀਂ ਇਹ ਦੱਸੋ ਵੀ ਕਾਂਗਰਸ ਦੇ ਨਾਲ ਜਿਨਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਾਇਆ, ਉਹ ਅਟੈਕ ਕਰਵਾਇਆ ਕਾਂਗਰਸ ਨੇ ਕਰਵਾਇਆ, ਸਾਰੀ ਦੁਨੀਆ ਨੂੰ ਪਤਾ ਆ। ਲੇਕਿਨ 1984 ਦਾ ਜੋ ਘੱਲੂਘਾਰਾ ਹੋਇਆ ਸੀਗਾ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਕਰਕੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ, ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਲੁਕ ਗਏ ਸੀਗੇ, ਉਹ ਪਹਿਲਾਂ ਕਿਹਦੇ ਬੁਲਾਰੇ ਹੁੰਦੇ ਸੀਗੇ? ਉਹਨਾਂ ਦਾ ਸੰਬੰਧ ਕਾਂਗਰਸ ਨਾਲ ਕੀ ਸੀਗਾ? ਕਿਆ ਦੁਨੀਆ ਨਹੀਂ ਜਾਣਦੀ? ਕਿਆ ਉਹਨਾਂ ਦਾ ਕਾਂਗਰਸ ਨਾਲ, ਕਿਆ ਉਹਨਾਂ ਦਾ ਇੰਦਰਾ ਗਾਂਧੀ ਦਾ ਕੋਈ ਸੰਬੰਧ ਨਹੀਂ ਸੀਗਾ? ਚਲੋ ਮੰਨਿਆ ਵੀ ਕਾਂਗਰਸ ਪਾਰਟੀ ਨੇ ਅਟੈਕ ਕਰਵਾਇਆ ਤੇ 3 ਵਾਰੀ ਪੰਜਾਬ ਦੇ ਵਿੱਚ कैप्टन अमरिंदर सिंह राजे ने जो 3 बारी सरकार बनाई, उदों कैप्टन नूं क्यों नहीं कोई सवाल पूछे भी? उदों तुहाडे मुंह सीते गए सीगे, उदों तुहाडे मुंह बंद हो गए सीगे, उदों क्यों नहीं बोले तुसीं बई? है कैप्टन जिहड़ा सीगा जिहने 3 बारी और तुसीं वोटां पा के उन्हां नूं सरकार बना के देने आ, कैप्टन अमरिंदर सिंह जिन्हें 3 बारी कांग्रेस पार्टी जिन्हें साडे दरबार साहब दे उत्ते अटैक करके ढह ढेरी कर दिता सीगा जी, उदों तुहाडी कित्थे चली गई सीगी? तुहाडा ज़मीर कित्थे सीगा जी? फिर जी लड्डू वंडदी है बीजेपी, ਉਹਦੇ ਨਾਲ रल के बादल हुणी पंजाब दे विच 5-5 वारी मुख्यमंत्री बनते हैं, उदों तुसीं वोटां पाउंदे आ, तुसीं वोटां नहीं पाईआं, उन्हां दे कोलों तुसीं सवाब मंगो तां उन्हां दे कोलों जाके तुसीं हिसाब मंगो तां। लेकिन तुहानूं पता कि तुहाडे छित्तर पैणे आ, उधरों जुत्तियां पैणीਆਂ तुहाडे, इस करके तुसीं उधर नूं नहीं जांदे। समझ गए? तुसीं लोकां ने धर्म नूं ढाल बनाया होया, अपनी सुविधा के अनुसार धर्म नूं खिच्ची फिरदे आ। धर्म नूं तुसीं जो सिख सिद्धांत सन उन्हां नाल तुहानूं कोई मतलब नहीं, सिक्खी नाल कोई मतलब नहीं, गुरुआं नाल कोई मतलब नहीं। पर गल यह है भी गुरुआं दी जो कुर्बानियां सन, ओहदे दुनिया पूरा सारा जहान उन्हां कुर्बानियां नूं सिजदा करदा, लेकिन तुसीं लोग बिजनेस करदे आ। बिजनेस कीता है तुसीं गुरुआं दी सोच नूं, गुरु ग्रंथ साहब रख के गुरु ग्रंथ साहब नूं पढ़दे आ, गुरु ग्रंथ साहब जी नूं पढ़दे आ, मत्था टेकदे आ, पर गुरु ग्रंथ साहब दी मनदे नहीं आ। अज तुसीं विक्की थॉमस दे उत्ते उंगलां चुक रहे आ, तुसीं किन्ना कुछ गुरु दे सिद्धांतां दे उत्ते चलदे आ? तुसीं पिंडां दे विच जो गुरु दा सिद्धांत लागू होना चाहिदा सीगा, गुरुआं दा सिद्धांत कहंदे आ जी पुराने टाइम तो ही ਜਿਹੜੀਆਂ ਮੜੀਆਂ ਨੇ ਉਹ 2-2 ਨੇ, ਗੁਰਦੁਆਰੇ 4-4 ਨੇ। ਤੁਸੀਂ ਮੈਨੂੰ ਇਹ ਦੱਸੋ ਪੁਰਾਣਾ ਟਾਈਮ ਕਿੰਨਾ ਕੁ ਪੁਰਾਣਾ? ਵੀ ਬਾਬੇ ਨਾਨਕ ਤੋਂ ਪਹਿਲਾਂ ਦੇ ਗੁਰਦੁਆਰੇ ਸੀ। ਗੁਰਦੁਆਰਿਆਂ ਦੀ ਸਿੱਖੀ ਸਿਧਾਂਤਾਂ ਦੀ ਸ਼ੁਰੂਆਤ ਹੁੰਦੀ ਹੈ ਬਾਬੇ ਨਾਨਕ ਬਾਬਾ ਫਰੀਦ ਜੀ ਤੋਂ, ਜਿੰਨੇ ਗੁਰਬਾਣੀ ਦੇ ਵਿੱਚ ਮਹਾਂਪੁਰਸ਼ ਨੇ। ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ 11ਵੀਂ ਸਦੀ ਦੇ ਵਿੱਚ ਬਾਬਾ ਫਰੀਦ ਜੀ ਆਉਂਦੇ ਨੇ, ਫਿਰ ਬਾਬਾ ਨਾਮਦੇਵ ਜੀ ਆਉਂਦੇ ਨੇ, ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਉਂਦੇ ਨੇ, ਫਿਰ ਸਤਿਗੁਰੂ ਕਬੀਰ ਸਾਹਿਬ ਜੀ ਆਉਂਦੇ ਨੇ, फिर उस तो बाद बाबा नानक जी। तुसी जिहड़ी सिक्खी सिद्धांतां दी सोच है, तुसी सिर्फ कहंदे हो भी 10 गुरुआं तक आ, लेकिन बाकी दे जिहड़े ने वो कोई भगत ने, उन्हां नूं तुसी कोई तरजीह नहीं दिंदे। सो सिक्खी जिहड़ी है वो 11वीं सदी तो शुरू हुंदी है ते गुरुद्वारे बाबा नानक जी ते गुरु कलगीधर पिता जी ने, गुरु गोबिंद सिंह जी, गुरु कलगीधर पिता जिहड़े ने, उन्हां ने संगत पंगत बाटा सरोवर एक कर दिता। ਜਦੋਂ ਹੁਣ 400-500 ਸਾਲ ਤੇ ਇਸ ਗੱਲ ਨੂੰ ਵੀ ਹੋ ਗਏ ਨੇ, ਲੇਕਿਨ ਗੁਰਦੁਆਰੇ ਜਿਹੜੇ ਹੁਣ ਪਿੰਡਾਂ ਦੇ ਵਿੱਚ 4-4 ਨੇ, ਇਹ ਗੁਰੂਆਂ ਦੇ ਪਹਿਲਾਂ ਨਹੀਂ ਬਣੇ,
ਇਹ ਗੁਰੂਆਂ ਤੋਂ ਬਾਅਦ ਨੇ। ਗੁਰੂਆਂ ਨੇ ਇੱਕ ਕੀਤੇ ਸੀ, ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਜਾਤੀ ਵਿਤਕਰਾ ਵਿਪਰਵਾਦੀ ਸੋਚ ਆਪਣੇ ਮਨਾਂ 'ਚ ਰੱਖਦੇ ਹੋਏ, ਤਾਂ ਕਿ ਦੂਸਰਾ ਕੋਈ ਬੰਦਾ, ਚਾਹੇ ਮਜਬੀ ਸਿੱਖ ਨੇ, ਰਵਿਦਾਸੀਏ ਸਿੱਖ ਨੇ, ਸੁਨਿਆਰੇ ਸਿੱਖ ਨੇ, ਰਾਮਗੜੀਏ ਸਿੱਖ ਨੇ, ਕਿਤੇ ਇਹ ਸਿੱਖ ਬਣ ਕੇ ਕਿਤੇ ਵਿੱਚ ਰਲ ਕੇ ਸਿੱਖੀ ਪ੍ਰਫੁੱਲਤ ਨਾ ਹੋ ਜਾਵੇ। ਤੁਸੀਂ ਲੋਕਾਂ ਨੇ ਸਿੱਖੀ ਨੂੰ ਵਧਣ ਨਹੀਂ ਦਿੱਤਾ, ਵਧਣ ਫੁੱਲਣ ਨਹੀਂ ਦਿੱਤਾ। ਸਿੱਖੀ ਨੂੰ ਇੱਕ ਸੀਮਤ ਪੰਜਾਬ ਦੇ ਵਿੱਚ ਰੱਖ ਛੱਡਿਆ। ਤੁਸੀਂ ਨਹੀਂ ਚਾਹੁੰਦੇ ਕਿ ਸਿੱਖੀ ਜਿਹੜੀ ਆ ਉਹ ਮਹਾਰਾਸ਼ਟਰ ਦੇ ਵਿੱਚ ਵਿੱਕੀ ਥੋਮਸ ਵਰਗਾ ਖਾਲਸਾ ਬਣ ਕੇ ਮਹਾਰਾਸ਼ਟਰ ਦੇ ਲੋਕਾਂ ਤੱਕ ਪ੍ਰਚਾਰ ਕਰੇ, ਉਹ ਸਿੱਖੀ ਨੂੰ ਵਧਾਵੇ ਫੁਲਾਵੇ। ਸਿੱਖੀ ਜਿਹੜੀ ਆ ਗੁਜਰਾਤ ਦੇ ਵਿੱਚ ਵੀ ਫੈਲੇ, ਯੂਪੀ ਦੇ ਵਿੱਚ ਵੀ ਵਧੇ ਫੁੱਲੇ, ਅਸਾਮ 'ਚ ਵੀ ਵਧੇ ਫੁੱਲੇ, ਪੂਰੇ ਭਾਰਤ ਦੇ ਵਿੱਚ ਵਧੇ ਫੁੱਲੇ, ਪੂਰੇ ਵਿਸ਼ਵ ਦੇ ਵਿੱਚ ਵਧੇ ਫੁੱਲੇ। ਲੇਕਿਨ ਧਰਮ ਦੇ ਠੇਕੇਦਾਰੋ, ਜ਼ਬਰਦਸਤੀ ਪੱਗਾਂ 'ਚ ਸਿਰ ਫਸਾ ਕੇ ਬੈਠੇ ਹੋਏ ਧਰਮ ਦੇ ਠੇਕੇਦਾਰੋ, ਤੁਸੀਂ ਇੱਕੋ ਕਮਿਊਨਿਟੀ ਜਿਹੜੀ ਆ ਉਹ ਸੋਚਦੀ ਆ ਵੀ ਅਸੀਂ ਦੁੱਧ ਧੋਤੇ ਆ, ਅਸੀਂ ਸਵਰਨੇ ਆ, ਅਸੀਂ ਜਰਨਲ ਆ। ਜਰਨਲ ਜਿਹੜੀ ਹੁੰਦੀ ਨਾ, ਕਦੀ ਰੇਲ ਗੱਡੀ ਦੇ ਜਰਨਲ ਡੱਬੇ ਦੀ ਹਾਲਾਤ ਦੇਖਿਓ। ਜਰਨਲ ਜਿਹੜਾ ਡੱਬਾ ਹੁੰਦਾ ਆ, ਉਹਦੇ ਵਿੱਚ ਕਦੀ ਵੀ ਕੋਈ ਆਮ ਵਿਅਕਤੀ ਜਿਹੜਾ ਆ ਉਹਦੇ ਵਿੱਚ ਸਫ਼ਰ ਨਹੀਂ ਕਰ ਸਕਦਾ। ਉਹਦੇ ਵਿੱਚ ਬਹੁਤ ਮਜਬੂਰ ਲੋਕ ਨੇ ਜਿਹੜੇ ਟਿਕਟ ਵੀ ਨਹੀਂ ਕਈ ਵਾਰੀ ਲੈ ਸਕਦੇ ਹੁੰਦੇ, ਉਹੀ ਸਫ਼ਰ ਕਰਦੇ ਆ। ਤੇ ਵੈਲਿਊ ਕਿਹਦੀ ਹੁੰਦੀ ਆ? ਏਸੀ ਡੱਬੇ ਦੀ। ਇਸ ਕਰਕੇ ਆਪਣੇ ਆਪ ਨੂੰ ਜਿਹੜੇ ਪੰਜਾਬ ਦੇ ਵਿੱਚ ਸਿਰ ਤੇ ਪੱਗਾਂ ਬੰਨ੍ਹ ਕੇ ਤੇ ਆਪਣੇ ਆਪ ਨੂੰ ਜਰਨਲ ਕਮਾਉਂਦੇ ਆ, ਜਰਨਲ ਨਹੀਂ ਸ਼ੂਦਰ ਆ ਤੁਸੀਂ, ਔਰ ਸ਼ੂਦਰ ਹੀ ਰਹਿਣਾ। ਵਿਪਰ ਦੀ ਨਜ਼ਰ ਦੇ ਵਿੱਚ ਤੁਸੀਂ ਸ਼ੂਦਰ ਹੀ ਰਹਿਣਾ ਆ। ਇਸ ਕਰਕੇ ਤੁਸੀਂ ਸਿੱਖੀ ਨੂੰ ਵਧਣ ਫੁੱਲਣ ਨਹੀਂ ਦੇ ਰਹੇ ਆ, ਤੁਸੀਂ ਗੁਰੂਆਂ ਦੇ ਸਿਧਾਂਤ ਵਧਣ ਫੁੱਲਣ ਨਹੀਂ ਦੇ ਰਹੇ ਆ, ਤੁਸੀਂ ਗੁਰੂਆਂ ਦੇ ਸਿਧਾਂਤ ਲਾਗੂ ਨਹੀਂ ਕਰਨ ਦੇਣਾ ਚਾਹੁੰਦੇ, ਜਿਹਦੀ ਵਜ੍ਹਾ ਕਰਕੇ ਤੁਹਾਨੂੰ ਕੋਈ ਵੀ ਬੰਦਾ ਜੇ ਅਖੌਤੀ, ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ, ਛੋਟੀਆਂ ਜਾਤਾਂ ਤੇ ਕਿਹਾ ਜਾਂਦਾ, ਜੇ ਉਹ ਸਿੱਖ ਬਣਨ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਕਹਿ ਦਿੰਦੇ ਆ ਜੀ ਸਿੱਖੀ ਦੇ ਵਿੱਚ ਚੂੜੇ ਚਮਾਰ ਸ਼ਾਮਲ ਹੋ ਗਿਆ। ਤੁਹਾਨੂੰ ਸਿੱਖ ਨਹੀਂ ਨਜ਼ਰ ਆਉਂਦਾ, ਤੁਹਾਨੂੰ ਉਹਨਾਂ ਦੀਆਂ ਜਾਤਾਂ ਨਜ਼ਰ ਆਉਂਦੀਆਂ ਆ। ਜਿਹੜੇ ਲੋਕ ਵੀ ਸਿੱਖੀ ਦੇ ਵਿੱਚ ਆਉਂਦੇ ਨੇ, ਚਾਹੇ ਉਹ ਸਾਡੇ ਅਰੋੜੇ ਸਿੱਖ ਹੋਣ, ਚਾਹੇ ਉਹ ਰਾਮਗੜੀਏ ਸਿੱਖ ਹੋਣ, ਚਾਹੇ ਉਹ ਸੁਨਿਆਰੇ ਸਿੱਖ ਹੋਣ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਆ ਮੇਰੇ ਵੀਰੋ, ਕਿ ਜਦੋਂ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਰਬਾਰ ਸਾਹਿਬ ਜਾਂਦੇ ਆ ਤੇ ਆਪਣੀ ਇੱਛਾ ਜ਼ਾਹਿਰ ਕਰਦੇ ਆ, ਉੱਥੇ ACS ਇੱਕ ਆਫੀਸਰ ਸੀ ਕਪੂਰ ਸਿੰਘ, ਉਹਨਾਂ ਨੇ ਸਾਚੀ ਸਾਖੀ ਇੱਕ ਕਿਤਾਬ ਲਿਖੀ ਆ। ਸਾਚੀ ਸਾਖੀ ਕਿਤਾਬ ਉਹ ਗਵਾਹ ਆ ਇਸ ਗੱਲ ਦੀ ਕਿ ਡਾਕਟਰ ਅੰਬੇਡਕਰ ਦੇ ਨਾਲ ਸਿੱਖਾਂ ਨੇ ਵਿਤਕਰਾ ਕੀਤਾ। ਵੈਸੇ ਅਖੌਤੀ ਸਿੱਖਾਂ ਦੀ ਕੋਈ ਔਕਾਤ ਨਹੀਂ ਹੈ। ਡਾਕਟਰ ਅੰਬੇਡਕਰ ਅਜੇ ਸਿੱਖ ਬਣੇ ਨਹੀਂ ਸੀ। ਜੇ ਸਿੱਖ ਬਣਦੇ ਤਾਂ ਵਿਤਕਰਾ ਤਾਂ ਹੁੰਦਾ। ਡਾਕਟਰ ਅੰਬੇਡਕਰ ਇੱਕ ਏਡੀ ਵੱਡੀ ਸ਼ਖਸੀਅਤ, ਜਿਨ੍ਹਾਂ ਕੋਲ ਇੰਨੀਆਂ ਕਿ ਡਿਗਰੀਆਂ ਕਿ ਇਹ ਲੋਕ 7 ਜਨਮ ਦੇ ਵਿੱਚ ਵੀ ਨਹੀਂ ਉਹ ਡਿਗਰੀਆਂ ਲੈ ਸਕਦੇ। ਡਾਕਟਰ ਅੰਬੇਡਕਰ ਜੀ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕੀਤਾ ਆ, ਮੈਂ ਬਹੁਤ ਪ੍ਰਭਾਵਿਤ ਹੋਇਆ ਆ, ਮੈਂ ਔਰ ਮੇਰੇ ਫਾਲੋਅਰ ਜਿਹੜੇ ਨੇ ਉਹ ਸਿੱਖ ਬਣਨਾ ਚਾਹੁੰਦੇ ਨੇ, ਸਾਡੀ ਇੱਛਾ ਹੈ ਕਿ ਅਸੀਂ ਸਿੱਖ ਬਣ ਜਾਈਏ। ਲੇਕਿਨ ਧਰਮ ਦੇ ਠੇਕੇਦਾਰ ਮਾਸਟਰ ਤਾਰਾ ਸਿੰਘ ਵਰਗੇ, ਹਰਨਾਮ ਡੱਲੇ ਵਰਗੇ ਤੇ ਹੋਰ ਜਿਹੜੇ ਵਿਪਰਵਾਦੀ ਜ਼ਬਰਦਸਤੀ ਸਿਰ ਦੇ ਵਿੱਚ ਪੱਗਾਂ ਫਸਾ ਕੇ ਉੱਥੇ ਬੈਠੇ ਹੋਏ ਸੀ ਧਰਮ ਦੇ ਠੇਕੇਦਾਰ, ਉਹਨਾਂ ਨੇ ਸਿੱਖੀ ਨੂੰ ਵਧਣ ਫੁੱਲਣ ਨਹੀਂ ਦਿੱਤਾ। ਨਹੀਂ ਤਾਂ ਡਾਕਟਰ ਅੰਬੇਡਕਰ ਜੀ ਦੇ ਫਾਲੋਅਰ ਜਿਨ੍ਹਾਂ ਦੀ ਗਿਣਤੀ ਕਰੋੜਾਂ 'ਚ ਸੀ, ਅੱਜ ਉਹ ਵੀ ਸਿੱਖ ਹੁੰਦੇ ਔਰ ਸਿੱਖੀ ਪੂਰੇ ਵਿਸ਼ਵ ਦੇ ਵਿੱਚ ਫੈਲਦੀ, ਸਿੱਖੀ ਨਾਲ ਲੋਕ ਜੁੜਦੇ। ਅੱਜ ਇਹ ਲੋਕ ਜਿਹੜੀਆਂ ਹਰਕਤਾਂ ਕਰਦੇ ਆ ਉਹ ਸਿਰਫ ਸਿੱਖੀ ਨਾਲੋਂ ਤੋੜਨ ਵਾਲੀਆਂ ਹਰਕਤਾਂ ਨੇ। ਸੋ ਮੇਰੇ ਵੀਰੋ, ਡਾਕਟਰ ਅੰਬੇਡਕਰ ਸਾਹਿਬ ਜੀ ਨੂੰ ਕੋਈ ਉਹਨਾਂ ਨਾਲ ਵਿਤਕਰਾ ਨਹੀਂ ਕਰ ਸਕਦਾ ਸੀ, ਕਿਉਂਕਿ ਉਹਨਾਂ ਨਾਲ ਵਿਤਕਰਾ ਕਰਨ ਦੀ ਗੱਲ ਇਸ ਤਰ੍ਹਾਂ ਆ ਜਿੱਦਾਂ ਇੱਕ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ। ਡਾਕਟਰ ਅੰਬੇਡਕਰ ਜੀ ਜਿਹੜੇ ਐਡੀ ਵੱਡੀ ਮਹਾਨ ਸ਼ਖਸੀਅਤ ਸਨ, ਇੰਨੀਆਂ ਡਿਗਰੀਆਂ ਸਨ ਉਹਨਾਂ ਦੇ ਕੋਲ, ਉਹਨਾਂ ਨਾਲ ਇਹਨਾਂ 2% ਦੇ ਅਖੌਤੀ ਸਿੱਖਾਂ, ਇਹਨਾਂ ਦੀ ਕੀ ਔਕਾਤ ਸੀਗੀ? ਮਾਸਟਰ ਤਾਰਾ ਸਿੰਘ ਵਰਗੇ ਔਰ ਹਰਨਾਮ ਡੱਲੇ ਵਰਗੇ ਜਿਹੜੇ ਵਿਪਰਵਾਦੀ ਸੋਚ ਲੈ ਕੇ ਬੈਠੇ ਹੋਏ ਸੀਗੇ ਗੁਰੂਆਂ ਦੇ ਸਿਧਾਂਤਾਂ ਦੇ ਉਲਟ ਜਾ ਕੇ, ਇਹਨਾਂ ਦੀ ਕੀ ਔਕਾਤ ਸੀਗੀ ਕਿ ਇਹ ਡਾਕਟਰ ਅੰਬੇਡਕਰ ਸਾਹਿਬ ਦੇ ਨਾਲ ਵਿਤਕਰਾ ਕਰ ਜਾਂਦੇ? ਸੋ ਮੇਰੇ ਵੀਰੋ, ਇਹ ਲੋਕ ਆਪਣੀ ਸੁਵਿਧਾ ਦੇ ਅਨੁਸਾਰ ਇੱਕ ਮੱਲ ਸਿੰਘ ਆ, ਅਨਪੜ੍ਹ ਬੰਦਾ ਮੱਲ ਸਿੰਘ, ਉਹਦੀਆਂ ਕਿਤਾਬਾਂ ਰਿਲੀਜ਼ ਕਰਾਉਂਦੇ ਆ ਕਿ ਡਾਕਟਰ ਅੰਬੇਡਕਰ ਨਾਲ ਕੋਈ ਵਿਤਕਰਾ ਨਹੀਂ ਹੋਇਆ। ACS ਕਪੂਰ ਸਿੰਘ ਉਹ ਸਾਚੀ ਸਾਖੀ ਲਿਖਦੇ ਆ ਕਿ ਡਾਕਟਰ ਅੰਬੇਡਕਰ ਨਾਲ ਇਹਨਾਂ ਅਖੌਤੀ ਸਿੱਖਾਂ ਨੇ ਦਰਬਾਰ ਸਾਹਿਬ ਦੇ ਵਿੱਚ ਵਿਤਕਰਾ ਕੀਤਾ। ਰਾਈਟ, ਇਹ ਡਾਕਟਰ ਅੰਬੇਡਕਰ ਨੇ ਜੀ ਨੇ ਨਹੀਂ ਆਪਣੇ ਮੂੰਹੋਂ ਕਦੀ ਕਿਹਾ, ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੇਰੇ ਨਾਲ ਵਿਤਕਰਾ ਹੋਇਆ। ਇੱਕ ACS ਕਪੂਰ ਸਿੰਘ ਜੋ ਇੱਕ ਅਫਸਰ ਸੀ ਉਸ ਟਾਈਮ ਦੇ ਦੌਰਾਨ, ਉਹਨਾਂ ਨੇ ਸੱਚੀ ਸਾਖੀ ਲਿਖੀ ਹੈ, ਜੋ ਉਹਨਾਂ ਨੇ ਅਬਜ਼ਰਵ ਕੀਤਾ ਕਿ ਇਹਨਾਂ ਨੇ ਵਿਤਕਰਾ ਕੀਤਾ। ਅੱਜ ਉਹੀ ਕੰਮ ਡਾਕਟਰ ਅੰਬੇਡਕਰ ਸਾਹਿਬ ਵੀ ਮਹਾਰਾਸ਼ਟਰ ਤੋਂ ਆਏ ਸੀ, ਉਹਨਾਂ ਨੇ ਸਿੱਖ ਬਣਨ ਦੀ ਇੱਛਾ ਜ਼ਾਹਿਰ ਕੀਤੀ, ਲੇਕਿਨ ਉਹਨਾਂ ਨੇ ਜਦੋਂ ਇਹਨਾਂ ਦੀ ਔਕਾਤ ਦੇਖੀ ਤੇ ਉਹਨਾਂ ਨੇ ਆਪਣੀ ਇੱਛਾ ਨੂੰ ਵਿੱਚੇ ਹੀ ਮਾਰ ਦਿੱਤਾ। ਹੁਣ ਅੱਜ ਵਿੱਕੀ ਥਾਮਸ
ਜੋ ਮਹਾਰਾਸ਼ਟਰ ਤੋਂ ਮੁੰਬਈ ਤੋਂ ਆਇਆ, ਉਹ ਬੇਸ਼ੱਕ ਅਲੱਗ-ਅਲੱਗ ਧਰਮਾਂ ਦੇ ਵਿੱਚ ਜਾ ਕੇ ਉਹਨੇ ਦੇਖਿਆ, ਲੇਕਿਨ ਐਂਡ ਦੇ ਉੱਤੇ ਜਿੱਥੇ ਉਹਦਾ ਮਨ ਟਿਕਿਆ ਉਹ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਦੀ ਵਿਚਾਰਧਾਰਾ, ਸੰਗਤ ਪੰਗਤ ਬਾਟਾ ਸਰੋਵਰ ਇੱਕ ਕਰਕੇ ਜਿੱਥੇ ਉਹ ਮਾਨਵਤਾ ਦੀ ਹੱਕਾਂ ਦੀ ਗੱਲ ਕਰਦੇ ਨੇ, ਬਰਾਬਰਤਾ ਦੀ ਗੱਲ ਕਰਦੇ ਨੇ, ਜਾਤ ਪਾਤ ਰਹਿਤ ਸਮਾਜ ਸਿਰਜਣ ਦੀ ਗੱਲ ਕਰਦੇ ਨੇ। ਉਹ ਜਦੋਂ ਵਿਚਾਰਧਾਰਾ ਵਿੱਕੀ ਥਾਮਸ ਨੂੰ ਪਤਾ ਲੱਗਦੀ ਆ, ਜਿਹੜਾ ਕ੍ਰਿਸਚਨ ਹੋ ਕੇ ਸਿੱਖ ਬਣ ਗਿਆ, ਲੇਕਿਨ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ, ਜੱਟਾਂ ਨੂੰ, ਕੜਮ ਚੌਧਰੀਆਂ ਨੂੰ ਇਹਨਾਂ ਨੂੰ ਰਾਸ ਨਹੀਂ ਆਇਆ ਵੀ ਵਿੱਕੀ ਥਾਮਸ ਜਿਹੜਾ ਵਿੱਕੀ ਸਿੰਘ ਖਾਲਸਾ ਬਣ ਗਿਆ, ਉਹ ਕੱਲ ਨੂੰ ਸਾਡੇ ਤੋਂ ਕਿਤੇ ਸਵਾਲ ਨਾ ਪੁੱਛ ਲਵੇ, ਸਾਡੇ ਕੋਲੋਂ ਗੋਲਕ ਦਾ ਹਿਸਾਬ ਨਾ ਮੰਗ ਲਵੇ, ਸਾਡੇ ਕੋਲੋਂ ਗੁਰੂ ਮਹਾਰਾਜ ਜੀ ਦੇ ਸਰੂਪਾਂ ਦਾ ਹਿਸਾਬ ਨਾ ਮੰਗ ਲਵੇ, ਕਿਉਂਕਿ ਹੈ ਉਹ ਥੋੜਾ ਜਿਹਾ ਸਣਕਿਆ ਹੋਇਆ। ਇਦਾਂ ਦਾ ਬੰਦਾ ਚਾਹੀਦਾ। ਅੱਜ ਸਾਡੇ ਆਮ ਲੋਕ ਜਿਨ੍ਹਾਂ ਦੀਆਂ ਜਾਤਾਂ ਪਰਖ ਕੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ, ਉਹਨਾਂ ਨੂੰ ਵੀ ਗਾਲਾਂ ਕੱਢੀਆਂ ਜਾਂਦੀਆਂ, ਲੇਕਿਨ ਮੈਂ ਇੱਕ ਆਮ ਵਿਅਕਤੀ ਜਿਹੜਾ ਉਸੇ ਕੈਟੇਗਰੀ ਦੇ ਵਿੱਚੋਂ ਜਿਹਨੂੰ ਅਖੌਤੀ ਨੀਵੀਆਂ ਜਾਤਾਂ ਕਿਹਾ ਜਾਂਦਾ, ਲੇਕਿਨ ਉਹ ਮਾਰਸ਼ਲ ਕੌਮਾਂ ਨੇ, ਮੈਂ ਉਹਦੇ ਚੋਂ ਨਿਕਲ ਕੇ ਪੜ੍ਹ ਲਿਖ ਕੇ ਕਲਮ ਦੀ ਬਦੌਲਤ ਆਜ਼ਾਦ ਹੋਇਆ। ਇਹ ਕਹਿੰਦਾ ਅੰਮ੍ਰਿਤਪਾਲ ਵਰਗਾ ਕਹਿੰਦਾ ਕਿ ਕਲਮ ਜਿਹੜੀ ਆ ਬੰਦੇ ਨੂੰ ਕਮਜ਼ੋਰ ਕਰਦੀ ਆ, ਇਸ ਕਰਕੇ ਹਥਿਆਰ ਰੱਖੋ। ਮੇਰੇ ਕੋਲ ਹਥਿਆਰ ਆ, ਪਰ ਮੈਨੂੰ ਤਲਵਾਰ ਦੀ ਜ਼ਰੂਰਤ ਨਹੀਂ ਆ, ਮੈਨੂੰ ਕਿਰਪਾਨ ਦੀ ਜ਼ਰੂਰਤ ਨਹੀਂ ਆ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਦੀ ਓਟ ਆਸਰੇ ਦੀ ਜ਼ਰੂਰਤ ਆ। ਤੇ ਮੈਨੂੰ ਮੇਰੇ ਕੋਲ ਜੇ ਅਸਲਾ ਆ ਤਾਂ ਉਹ ਅੱਜ ਦੀ ਜੋ ਲੋੜ ਆ, ਸਮੇਂ ਦੀ ਲੋੜ ਆ ਅਸਲਾ, ਉਹ ਭਾਰਤ ਦਾ ਸੰਵਿਧਾਨ ਮੈਨੂੰ ਇਜਾਜ਼ਤ ਦਿੰਦਾ ਆ, ਮੈਂ ਉਹ ਰੱਖੂੰਗਾ। ਔਰ ਕਲਮ ਦੀ ਤਾਕਤ ਆ, ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਕਹਿੰਦੇ ਸੀ ਸਿੱਖਿਆ ਸ਼ੇਰਨੀ ਦਾ ਦੁੱਧ ਆ, ਜਿਹੜਾ ਪੀਊਗਾ ਉਹ ਦਹਾੜੂਗਾ। ਆ ਦਹਾੜਦਾ ਮੈਨੂੰ ਮਰਵਾਉਣ ਦੇ ਲਈ, ਮੇਰੀ ਮੌਬ ਲਿੰਚਿੰਗ ਕਰਾਉਣ ਦੇ ਲਈ ਮੈਂ ਆਰਟੀਕਲ 25 ਦੇ ਬਾਰੇ ਖੁਲਾਸੇ ਕੀਤੇ ਤੇ ਮੈਨੂੰ ਉਹ ਲੀਡਰਾਂ ਨੇ ਧਮਕੀਆਂ ਦਿੱਤੀਆਂ, ਹਰ ਪੱਖੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ, ਪੈਸਿਆਂ ਦਾ ਲਾਲਚ ਦਿੱਤਾ, ਕਰੋੜਾਂ ਦਾ ਲਾਲਚ ਦਿੱਤਾ, ਖਰੀਦਣ ਦੀ ਕੋਸ਼ਿਸ਼ ਕੀਤੀ ਕਿ ਤੂੰ ਆਰਟੀਕਲ 25 ਦੇ ਬਾਰੇ ਬੋਲਣਾ ਬੰਦ ਕਰ ਦੇ, ਕਿਉਂਕਿ ਇਹਨਾਂ ਨੇ ਸਿੱਖਾਂ ਦੇ ਬੱਚਿਆਂ ਨੂੰ, ਘੱਟ ਜ਼ਮੀਨਾਂ ਵਾਲੇ ਬੇਜ਼ਮੀਨੇ ਜੱਟਾਂ ਦੇ ਭੋਲੇ ਭਾਲੇ ਮੁੰਡਿਆਂ ਨੂੰ ਧਰਮ ਦੀ ਆੜ ਚ ਭੜਕਾਇਆ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾਂਦਾ ਆ, ਜਿਹਦੇ ਕਰਕੇ ਉਹ ਨੌਜਵਾਨ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਸੀ ਉਹ ਭੜਕ ਕੇ 84 ਚ ਵੀ ਉਹ ਮਾਰੇ ਗਏ। ਗਰੀਬ ਕਿਸਾਨਾਂ ਦੇ, ਘੱਟ ਜ਼ਮੀਨਾਂ ਵਾਲੇ, ਬੇਜ਼ਮੀਨੇ ਵਾਲੇ ਜੱਟਾਂ ਦੇ ਪੁੱਤ ਉਦੋਂ ਵੀ ਮਾਰੇ ਗਏ ਤੇ ਅੱਜ ਵੀ ਮਾਰੇ ਜਾਣੇ ਆ। ਇਸ ਕਰਕੇ ਅਸੀਂ ਆਪਣੇ ਗਰੀਬ ਕਿਸਾਨਾਂ ਨੂੰ, ਘੱਟ ਜ਼ਮੀਨਾਂ ਵਾਲੇ ਬੇਜ਼ਮੀਨੇ, ਮੈਂ ਆਪਣੇ ਜੱਟ ਭਰਾਵਾਂ ਨੂੰ ਬੇਨਤੀ ਕਰੂੰਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੋ, ਵਿਚਾਰਧਾਰਾ ਤੇ ਚੱਲੋ। ਤੁਸੀਂ ਆਪਣੀ ਧੌਣ 'ਚ ਜਾਤ ਵਾਲਾ ਕਿੱਲਾ ਨਾ ਰੱਖਿਓ, ਗੁਰਬਾਣੀ ਦੀ ਦਾਤਰੀ ਨਾਲ ਜਾਤ ਵਾਲੀ ਪੂਛ ਵੜ ਦਿਓ ਮੇਰੇ ਵੀਰੋ। ਘੱਟ ਜ਼ਮੀਨਾਂ ਵਾਲੇ, ਬੇਜ਼ਮੀਨਾਂ ਵਾਲੇ, ਬੇਜ਼ਮੀਨੇ ਜੱਟ ਭਰਾਵਾਂ ਨੂੰ ਬੇਨਤੀਆਂ ਨੇ ਕਿ ਤੁਸੀਂ ਵੀ ਇਹਨਾਂ ਦੇ ਮਗਰ ਨਾ ਲੱਗਿਓ, ਆਪਣੇ ਧੀਆਂ ਪੁੱਤਾਂ ਨੂੰ ਜਾਗਰੂਕ ਕਰੋ ਕਿ ਕਿਤੇ 84 ਚ ਵੀ ਤੁਹਾਡੇ ਹੀ ਭੋਲੇ ਭਾਲੇ ਪੁੱਤ ਮਰਵਾਏ ਗਏ ਸੀ। ਧਰਮ ਦੀ ਢਾਲ ਬਣਾ ਕੇ ਤੁਹਾਨੂੰ ਭੜਕਾ ਦਿੱਤਾ ਜਾਂਦਾ ਆ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾਂਦਾ ਆ। ਸਿੱਖਾਂ ਨੂੰ ਕਿਤੇ ਵੀ ਕੇਸਾਧਾਰੀ ਹਿੰਦੂ ਨਹੀਂ ਲਿਖਿਆ ਵੀਰੋ। ਅਸੀਂ ਵੀ ਸਿੱਖ ਆ, ਮੈਂ ਵੀ ਇੱਕ ਸਿੱਖ ਆ। ਸਿੱਖ ਆਜ਼ਾਦ ਕੌਮ ਆ, ਕੋਈ ਗੁਲਾਮ ਨਹੀਂ ਹੈਗੀ। ਇਹ ਸਿਰਫ ਤੁਹਾਡੇ ਮਨਾਂ ਦੇ ਵਿੱਚ ਪਾਇਆ ਜਾਂਦਾ ਆ ਕਿ ਸਿੱਖ ਗੁਲਾਮ ਕੌਮ ਆ। ਮੈਂ ਆਪਣੇ ਤਿਰੰਗੇ ਨੂੰ ਸਲੂਟ ਕਰਦਾ ਆ, ਭਾਰਤ ਦੇ ਸੰਵਿਧਾਨ ਨੂੰ ਸਲੂਟ ਕਰਦਾ ਆ, ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਸਲੂਟ ਕਰਦਾ ਆ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਕਰੋੜਾਂ ਸਿਜਦੇ ਕਰਦਾ ਆ। ਮੇਰੇ ਵੀਰੋ, ਤੁਸੀਂ ਵੀ ਆਪਣੇ ਬੱਚਿਆਂ ਨੂੰ ਜਾਗਰੂਕ ਕਰੋ, ਮੰਡਲ ਕਮਿਸ਼ਨ ਦੀ ਜਾਣਕਾਰੀ ਲਵੋ। ਮੰਡਲ ਕਮਿਸ਼ਨ 'ਚ ਤੁਹਾਡੇ ਅਧਿਕਾਰ ਲਿਖੇ ਨੇ। ਅਸੀਂ ਮਜ਼ਦੂਰਾਂ ਦੇ ਪੁੱਤ ਲੂਣ ਮਿਰਚਾਂ ਪਾਣੀ 'ਚ ਘੋਲ ਕੇ ਅਸੀਂ ਰੋਟੀਆਂ ਖਾਧੀਆਂ, ਅਸੀਂ ਭੱਠਿਆਂ ਤੇ ਕੰਮ ਕੀਤਾ, ਖੇਤਾਂ 'ਚ ਕੰਮ ਕੀਤਾ, ਲੇਕਿਨ ਪੜ੍ਹ ਲਿਖ ਕੇ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਦੀ ਬਦੌਲਤ ਪੜ੍ਹ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਫਰਮਾਨ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਉਹਦੇ ਸਿਧਾਂਤਾਂ ਨੂੰ ਮੰਨਦੇ ਹੋਏ ਅਸੀਂ ਗਰੀਬਾਂ ਦੇ ਪੁੱਤ ਪਾਣੀਆਂ ਦੇ ਵਿੱਚ ਲੂਣ ਮਿਰਚਾਂ ਘੋਲ ਕੇ ਪੜ੍ਹ ਕੇ ਡਾਕਟਰ ਬਣੇ, ਵੱਡੇ ਅਹੁਦਿਆਂ ਦੇ ਉੱਤੇ ਪਹੁੰਚੇ ਆ। ਵੀਰਿਓ, ਕਲਮ ਤੁਹਾਨੂੰ ਕਮਜ਼ੋਰ ਨਹੀਂ ਕਰਦੀ, ਵਿਦਿਆ ਤੁਹਾਨੂੰ ਕਮਜ਼ੋਰ ਨਹੀਂ ਕਰਦੀ। ਗੁਰਬਾਣੀ ਦਾ ਸਿਧਾਂਤ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਹੁਣ ਤੁਸੀਂ ਮੈਨੂੰ ਦੱਸੋ, ਅੰਮ੍ਰਿਤਪਾਲ ਕਹਿੰਦਾ ਆ ਕਿ ਪੜ੍ਹਾਈ ਤੁਹਾਨੂੰ ਕਮਜ਼ੋਰ ਕਰਦੀ ਆ, ਕਲਮ ਤੁਹਾਨੂੰ ਕਮਜ਼ੋਰ ਕਰਦੀ ਆ। ਹੁਣ ਤੁਸੀਂ ਮੈਨੂੰ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਹੋ ਗਿਆ? ਕਿਆ ਅੰਮ੍ਰਿਤਪਾਲ ਜਾਂ ਮੰਤਰੀ ਬਾਜੇ ਕੇ ਵਰਗੇ ਅਨਪੜ੍ਹ ਬੂਟ, ਕਿਆ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡੇ ਹੋ ਗਏ? ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿ ਰਹੇ ਨੇ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣੀ ਆ, ਅਸੀਂ ਏਦਾਂ ਦੇ ਅੰਮ੍ਰਿਤਪਾਲ ਵਰਗੇ ਅਨਪੜ੍ਹ ਲੋਕਾਂ ਦੀ ਨਹੀਂ ਮੰਨਣੀ ਜਿਹੜੇ ਕਹਿੰਦੇ ਆ ਕਿ ਪੜ੍ਹਾਈ ਤੁਹਾਨੂੰ ਕਮਜ਼ੋਰ ਕਰਦੀ ਆ ਤੇ ਤੁਸੀਂ ਤਲਵਾਰ ਕਿਰਪਾਨ ਰੱਖੋ। ਕਿਰਪਾਨ ਅੱਜ ਸਾਨੂੰ ਪੰਜਾਬ ਦੇ ਵਿੱਚ ਆਪਸ ਵਿੱਚ ਭਰਾਵਾਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਕਿਰਪਾਨਾਂ ਚੁੱਕਣ ਦੀ ਕੀ ਲੋੜ ਪੈ ਜੂਗੀ? ਮੈਨੂੰ ਤੁਸੀਂ ਦੱਸੋ, ਕਿਆ ਸਾਨੂੰ ਦੇਸ਼ ਦੇ ਵਿੱਚ
ਆਪਸ ਦੇ ਵਿੱਚ ਕਿਰਪਾਨਾਂ ਚੁੱਕਣ ਦੇ ਲਈ। ਕਿਆ ਗੁਰੂ ਸਾਹਿਬ ਜੀ ਨੇ ਆਪਸ 'ਚ ਕਿਰਪਾਨਾਂ ਚੁੱਕਣ ਦੀ ਗੱਲ ਕੀਤੀ ਹੈ? ਗੁਰੂ ਸਾਹਿਬ ਜੀ ਨੇ ਕਿਹਾ ਕੌਮ ਦੇਸ਼ ਦੀ ਰਾਖੀ ਦੇ ਲਈ, ਧੀਆਂ ਭੈਣਾਂ ਦੀ ਰਾਖੀ, ਗਊ ਗਰੀਬ ਦੀ ਰਾਖੀ ਵਾਸਤੇ ਕਿਰਪਾਨ ਚੁੱਕਣੀ ਆ। ਗੁਰੂ ਸਾਹਿਬ ਜੀ ਨੇ ਇਸ ਕਰਕੇ ਕਿਹਾ ਸੀ ਕਿਉਂਕਿ ਬਾਹਰਲੇ ਧਾੜਵੀ ਅੜ ਕੇ ਸਾਡੇ ਤੇ ਅਟੈਕ ਕਰਦੇ ਸੀ, ਸਾਨੂੰ ਗੁਲਾਮ ਬਣਾਉਂਦੇ ਸੀਗੇ। ਅੱਜ ਸਾਨੂੰ ਕੋਈ ਗੁਲਾਮ ਨਹੀਂ ਬਣਾਉਂਦਾ। ਅੱਜ ਹਰ ਵਿਅਕਤੀ ਆਜ਼ਾਦ ਆ ਭਾਰਤ ਦੇ ਵਿੱਚ। ਚਾਹੇ ਅਸੀਂ ਫੌਜ ਦੀ ਗੱਲ ਕਰੀਏ, ਸਿੱਖ ਉੱਥੇ ਵੀ ਆਜ਼ਾਦ ਨੇ ਭਾਰਤ ਦੇ ਵਿੱਚ ਹਰ ਪਾਸੇ। ਚਾਹੇ ਡਰਾਈਵਰਾਂ ਦੀ ਗੱਲ ਕਰੀਏ, ਹਰ ਬੰਦਾ ਯੂਪੀ, ਬਿਹਾਰ, ਗੁਜਰਾਤ ਟਰੱਕ ਲਈ ਫਿਰਦਾ ਆ, ਆਜ਼ਾਦ ਆ ਆਪਾਂ, ਕੋਈ ਇਦਾਂ ਦੀ ਗੱਲ ਨਹੀਂ ਹੈ। ਦਿੱਲੀ ਦੇ ਵਿੱਚ ਵੀ ਆਜ਼ਾਦ ਆ। ਦਿੱਲੀ ਵਾਲਿਆਂ ਨੇ ਆਨੰਦ ਮੈਰਿਜ ਐਕਟ ਲਾਗੂ ਕਰਵਾ ਲਿਆ। ਦਿੱਲੀ ਦੇ ਸਿੱਖਾਂ ਨੇ ਆਨੰਦ ਮੈਰਿਜ ਐਕਟ ਲਾਗੂ ਕਰਵਾ ਲਿਆ। ਗੁਜਰਾਤ ਵਾਲੇ ਕਰਾਉਣ ਜਾ ਰਹੇ ਆ, ਰਾਜਸਥਾਨ ਵਾਲੇ ਕਰਾਉਣ ਜਾ ਰਹੇ ਆ, ਹਰਿਆਣੇ ਵਾਲੇ ਕਰਾਉਣ ਜਾ ਰਹੇ ਆ। ਪੰਜਾਬ ਦੇ ਗਦਾਰ ਸਿੱਖ ਕਿਉਂ ਨਹੀਂ ਆਨੰਦ ਮੈਰਿਜ ਐਕਟ ਲਾਗੂ ਕਰਵਾ ਰਹੇ ਮੇਰੇ ਵੀਰੋ? ਕਿਉਂਕਿ ਇਹ ਸਮਝੋ, ਇੱਥੇ ਇਹਨਾਂ ਦੀ ਗਦਾਰੀ ਸਮਝੋ। ਸਿੱਖਾਂ ਦੇ ਗਦਾਰ ਲੀਡਰ ਬਾਦਲ ਕੈਪਟਨ ਵਰਗੇ ਜਿਹੜੇ ਜੱਟ ਕਮਿਊਨਿਟੀ ਦਾ ਸੰਬੰਧ ਰੱਖਦੇ ਨੇ, ਇਹ ਆਰਐਸਐਸ ਦੀ ਝੋਲੀ 'ਚ ਪੈ ਕੇ ਇਹ ਸਿੱਖੀ ਨੂੰ ਵਧਣ ਫੁੱਲਣ ਨਹੀਂ ਦੇਣਾ ਚਾਹੁੰਦੇ। ਇੱਕ ਇਹਨਾਂ ਨੇ ਸ਼ੈਤਾਨ ਇੱਕ ਬੰਦਾ ਰੱਖਿਆ ਹੋਇਆ, ਆ ਬਲਾਤਕਾਰੀ ਬਾਬਾ। ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਪੜਵਾਉਂਦੇ ਆ, ਆਪਣੀ ਸੁਵਿਧਾ ਦੇ ਅਨੁਸਾਰ ਪੜਵਾਉਂਦੇ ਆ। ਆਪਣੀ ਸੁਵਿਧਾ ਦੇ ਅਨੁਸਾਰ ਪੰਜਾਬ ਦੇ ਵਿੱਚ ਲਾਲਾ ਕਰਾ ਕੇ ਤੁਹਾਨੂੰ ਅੱਗੇ ਵਧਣ ਫੁੱਲਣ ਦੀ ਬਜਾਏ, ਪੰਜਾਬ ਨੂੰ ਅੱਗੇ ਵਧਣ ਫੁਲਾਉਣ ਦੀ ਬਜਾਏ, ਇਹ ਲੋਕ ਇਹਨਾਂ ਨੇ ਇੱਕ ਬੰਦਾ ਸ਼ੈਤਾਨ ਰੱਖਿਆ। ਤੁਸੀਂ ਦੇਖੋ ਵੀ ਹੋਰ ਕਿਸੇ ਕੈਦੀ ਨੂੰ ਅੱਜ ਤੱਕ ਪਰੋਲ ਨਹੀਂ ਮਿਲੀ, ਲੇਕਿਨ ਬਲਾਤਕਾਰੀ ਨੂੰ 3-3 ਵਾਰੀ ਪਰੋਲ ਮਿਲਦੀ ਆ। ਉਹ 3-3 ਵਾਰੀ ਛੁੱਟ ਕੇ ਆ ਜਾਂਦਾ ਆ। ਕਿਉਂ? ਤੁਸੀਂ ਸੋਚ ਨਹੀਂ ਸਕਦੇ। ਆਸਾਰਾਮ ਬਾਪੂ ਇੱਕ, ਉਹਨੂੰ ਨਹੀਂ ਪਰੋਲ ਮਿਲੀ, ਲੇਕਿਨ ਬਲਾਤਕਾਰੀ ਨੂੰ ਮਿਲੀ ਆ। ਕਿਉਂਕਿ ਇਹਨਾਂ ਨੇ ਇੱਕ ਬੰਦਾ ਰੱਖਿਆ ਆ, ਜਦੋਂ ਦਿਲ ਕਰਦਾ ਪੰਜਾਬ 'ਚ ਉਥਲ ਪੁਥਲ ਮਚਾਉਣੀ ਆ, ਉਦੋਂ ਇਹ ਗੁਰੂ ਗ੍ਰੰਥ ਸਾਹਿਬ ਪੜਵਾਉਣ ਵਾਸਤੇ ਇਹਨਾਂ ਨੇ ਬਲਾਤਕਾਰੀ ਸਰਸੇ ਵਾਲਾ ਰੱਖਿਆ ਹੋਇਆ। ਸੋ ਇਹ ਕੌਣ ਨੇ? ਸਰਸੇ ਵਾਲਾ ਵੀ ਜੱਟ, ਬਾਦਲ ਵੀ ਜੱਟ, ਕੈਪਟਨ ਵੀ ਜੱਟ, ਜੱਟ ਮਹਾਸਭਾ ਦਾ ਪ੍ਰਧਾਨ। ਸੋ ਮੇਰੇ ਵੀਰੋ ਪੰਜਾਬੀਓ, ਜੱਟਾਂ ਨੇ, ਮੈਂ ਸਾਰੇ ਜੱਟ ਨਹੀਂ ਮਾੜੇ, ਚੰਗੀ ਸੋਚ ਵਾਲੇ, ਗੁਰਬਾਣੀ ਦੀ ਮੰਨਣ ਵਾਲੇ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ ਦੇ ਇਸ ਸਿਧਾਂਤ ਤੇ ਪਹਿਰਾ ਦੇਣ ਵਾਲੇ ਜੱਟ ਸਾਡੇ ਭਰਾ ਨੇ। ਅਸੀਂ ਉਹਨਾਂ ਨੂੰ ਨਹੀਂ ਮਾੜੇ ਕਹਿੰਦੇ, ਸਾਰੇ ਨਹੀਂ ਮਾੜੇ। ਕੜਮ ਚੌਧਰੀ ਜੱਟ ਧਰਮ ਦੇ ਠੇਕੇਦਾਰ ਜਿਹੜੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੰਮ੍ਰਿਤ ਖੰਡੇ ਬਾਟੇ ਦੀ ਪੋਲ ਲੈਣ ਦੇ ਬਾਵਜੂਦ ਆਪਣੇ ਨਾਮ ਦੇ ਨਾਲ ਧਾਮੀ, ਗਰੇਵਾਲ ਇਦਾਂ ਦੀਆਂ ਆਪਣੀਆਂ ਗੋਤਾਂ ਜਾਤਾਂ ਜਿਹੜਾ ਹੰਕਾਰ ਨਹੀਂ ਛੱਡਦੇ, ਇਦਾਂ ਦੇ ਕੜਮ ਚੌਧਰੀ ਜੱਟ ਜਿਹੜੇ ਨੇ, ਇਹਨਾਂ ਨੇ ਧਰਮ ਨੂੰ ਬਿਜ਼ਨਸ ਬਣਾਇਆ ਹੋਇਆ, ਇਹ ਬਿਜ਼ਨਸ ਕਰ ਰਹੇ ਆ। ਇਸੇ ਵਜ੍ਹਾ ਕਰਕੇ ਇਹਨਾਂ ਨੂੰ ਵਿੱਕੀ ਥਾਮਸ ਵਰਗਾ ਮਹਾਰਾਸ਼ਟਰ ਦਾ ਇੱਕ ਕ੍ਰਿਸਚੀਅਨ ਕਮਿਊਨਿਟੀ ਚੋਂ ਸਿੱਖ ਬਣਿਆ ਹੋਇਆ ਵਿਅਕਤੀ, ਉਹ ਰਾਸ ਨਹੀਂ ਆਇਆ। ਇਸੇ ਤਰ੍ਹਾਂ ਡਾਕਟਰ ਅੰਬੇਡਕਰ ਸਾਹਿਬ ਨਹੀਂ ਰਾਸ ਆਏ ਸੀ, ਇਸੇ ਤਰ੍ਹਾਂ ਇਹਨਾਂ ਨੂੰ ਮੈਂ ਨਹੀਂ ਸੀ ਰਾਸ ਆਇਆ। ਇਹਨਾਂ ਨੇ ਮੇਰੀ ਧੀ, ਮੇਰੀ ਬੇਟੀ ਦੀਆਂ ਫੋਟੋਆਂ ਐਡਿਟ ਕਰ ਕਰਕੇ ਨੰਗ ਧੜੰਗੀਆਂ ਫੋਟੋਆਂ ਡੀਪੀ ਦੇ ਉੱਤੇ ਕਿਹਦੀਆਂ ਲੱਗੀਆਂ ਹੁੰਦੀਆਂ ਸੀ? ਭਿੰਡਰਾਂ ਵਾਲੇ ਜੀ ਦੀਆਂ, ਖਾਲਸਾਈ ਝੰਡੇ ਦੇ ਨਿਸ਼ਾਨ ਔਰ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਦੇ ਆ। ਡਾਕਟਰ ਮਨਮੋਹਨ ਸਿੰਘ ਯੂਕੇ ਵਰਗੇ, ਸੌਰੀ ਮਾਫੀ ਚਾਹੁੰਦਾ, ਵਾਹਿਗੁਰੂ, ਡਾਕਟਰ ਮਨਮੋਹਨ ਸਿੰਘ ਯੂਕੇ ਵਰਗੇ ਜੱਟ ਫੈਕਟਰ ਨਾਮ ਦਾ ਪੇਜ ਬਣਾ ਕੇ ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਕੇ ਵਾਇਰਲ ਕਰਦੇ ਆ। ਇੱਕ ਮਾਮਾ ਬਘੇਲਾ, ਉਹ ਲੋਕਾਂ ਦੀ ਚਾਚਾ ਹੋਊਗਾ, ਮੇਰਾ ਮਾਮਾ ਆ, ਉਹਦੀ ਭੈਣ ਨੇ ਉਹਦਾ ਜਲੂਸ ਕੱਢ ਦਿੱਤਾ ਸੀ ਜਿਹੜਾ USA ਰਹਿੰਦਾ। ਉਹ ਮਾਮਾ ਬਘੇਲਾ, ਇਹ ਵੀ ਜੱਟ। ਯੂਕੇ ਵਾਲਾ ਡਾਕਟਰ ਮਨਮੋਹਨ ਸਿੰਘ, ਉਹ ਵੀ ਜੱਟ। USA ਵਾਲਾ ਨਾਨਕ ਸਿੰਘ, ਡਾਕਟਰ ਅੰਬੇਡਕਰ ਸਾਹਿਬ ਨੂੰ ਗਾਲਾਂ ਕੱਢਣ ਵਾਲਾ, ਉਹ ਵੀ ਜੱਟ। ਹਰਭਜਨ ਭਿੰਡਰ ਜੱਟ, ਕਰਨਲ GB ਸਿੰਘ ਜੱਟ, ਤੇ ਖਾਲਿਸਤਾਨੀ ਜਿਹੜਾ ਪਟਿਆਲੇ ਵਾਲਾ, ਉਹ ਵੀ ਜੱਟ। ਤੇ ਉਹਦੇ ਵਿੱਚ ਸਾਡਾ ਵੀ ਇੱਕ ਗਦਾਰ ਜਮਾਲਪੁਰ ਸਾਹਿਬ, ਉਹ ਵੀ ਰਲਿਆ ਹੋਇਆ। ਸੋ ਮੇਰੇ ਵੀਰੋ, ਇਹ ਲੋਕ ਉਹ ਲੋਕ ਨੇ ਜਿਹੜੇ ਇਸ ਕਮਿਊਨਿਟੀ ਤੋਂ ਨੇ, ਜੱਟ ਕਮਿਊਨਿਟੀ ਤੋਂ ਨੇ। ਕੜਮ ਚੌਧਰੀ ਨੇ, ਸਾਰੇ ਜੱਟ ਨਹੀਂ ਮਾੜੇ, ਮੈਂ ਫੇਰ ਇੱਥੇ ਕਹਿ ਦਵਾਂ, ਲੇਕਿਨ ਕੜਮ ਚੌਧਰੀ ਜੱਟ ਜਿਹੜੇ ਧਰਮ ਦੇ ਉੱਤੇ ਕਬਜ਼ਾ ਕਰਕੇ ਬਹਿ ਗਏ ਆ, ਸੱਪ ਵਾਂਗੂ ਕੁੰਡਲੀ ਮਾਰ ਕੇ ਬਹਿ ਗਏ ਆ। ਇਹ ਕਹਿੰਦੇ ਆ ਵੀ ਅਸੀਂ ਸਿੱਖੀ ਦੇ ਵਿੱਚ ਹੋਰ ਕਿਸੇ ਨੂੰ ਜੁੜਨ ਨਹੀਂ ਦੇਣਾ, ਕਿਸੇ ਨੂੰ ਸਿੱਖ ਨਹੀਂ ਮੰਨਣਾ, ਕਿਉਂਕਿ ਉਹ ਸਾਡੇ ਕੋਲੋਂ ਗੁਰੂ ਘਰਾਂ ਦੇ ਹਿਸਾਬ ਮੰਗਣਗੇ, ਗੋਲਕਾਂ ਦਾ ਹਿਸਾਬ ਮੰਗਣਗੇ। ਜਿਹੜੀ ਗੁਰੂ ਘਰਾਂ ਦੀ 40,000 ਏਕੜ ਜ਼ਮੀਨ ਪੰਜਾਬ 'ਚ ਆ, ਉਹਦੇ ਠੇਕੇ ਦਾ ਹਿਸਾਬ ਮੰਗਣਗੇ, ਉਹ ਜ਼ਮੀਨਾਂ ਦਾ ਹਿਸਾਬ ਮੰਗਣਗੇ, ਪੈਸਿਆਂ ਦਾ ਹਿਸਾਬ ਮੰਗਣਗੇ। ਇਸ ਕਰਕੇ ਅਸੀਂ ਇਹਨਾਂ ਨੂੰ ਐਕਸੈਪਟ ਨਹੀਂ ਕਰਨਾ ਮੇਰੇ ਵੀਰੋ। ਆਹ ਸੱਚਾਈ ਆ। ਇੰਨੀਆਂ ਕਿ ਬੇਨਤੀਆਂ ਤੁਹਾਡੇ ਕਰਨੀਆਂ ਸੀ। ਵਿੱਕੀ ਥਾਮਸ ਵਰਗੇ ਨੂੰ ਮੈਂ ਸਲੂਟ ਕਰਦਾ ਆ ਕਿ ਉਹਦਾ ਪਿਛੋਕੜ ਜੋ ਮਰਜ਼ੀ ਸੀ, ਲੇਕਿਨ ਅੱਜ ਉਹ ਸਿੱਖੀ ਫਲਸਫੇ ਤੋਂ ਪ੍ਰਭਾਵਿਤ ਹੋਇਆ, ਗੁਰਬਾਣੀ ਤੋਂ ਪ੍ਰਭਾਵਿਤ ਹੋਇਆ, ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਤੋਂ ਪ੍ਰਭਾਵਿਤ ਹੋਇਆ ਤੇ ਉਹਨੇ ਖੱਡੇ ਬਾਟੇ ਦੀ ਪੋਲ ਛਕੀ। ਲੇਕਿਨ ਪੰਜਾਬ ਦੇ ਕੜਮ ਚੌਧਰੀ ਠੇਕੇਦਾਰ
जबरदस्ती पग्गां च सिर फसा के बैठे हुए गोलक लुटेरे, गुरु घरां दीआं चौधरां दे भुखे लुटेरे, गुरु घरां दीआं प्रधानगियां वास्ते एक दूजे दीआं दाड़ियां पुट्टण वाले ये लुटेरे जिहड़े ने चिट कपड़िए, इन्हां नूं बर्दाश्त नहीं हो रहा कि गैर जट कोई किसी भी तरह का सिक्खी दे विच एंट्री कर जाए तो कल नूं सानूं सवाल पूछे इदां दे किसी बंदे नूं असीं एंटर नहीं करन देना, इहदा विरोध करो। पापी पूले दे नाल उहनूं मिलाया जा रहा, ਉਹ पूला दे बलात्कारी सी, ਧੀਆਂ ਦੇ कतल सीगा, लेकिन विक्की थॉमस ने इदां दा कोई काम नहीं किया। सो मेरे वीरो, सो इन्हां नूं बर्दाश्त नहीं हो रहा कि विक्की थॉमस जिहड़ा आ एक निधड़क निडार बंदा आ, ਉਹ कल नूं सानूं सवाल पूछ सकदा आ ते इस इन्हां नूं सवालों के जवाब नहीं आने, जिहदे करके अज ये सारे जने रल के अब देखो दुक्की दा बंदा जिहदी कोई औकात नहीं और जबरदस्ती पग्गां दे सिर फसा के ते जबरदस्ती किरपान फड़ के इदां दे बंदियां नूं शामिल किया जा रहा। बाजे के मंत्री और जाटिया इस करके ओ मैं तेरी बोकी पाड़ देनी इदां दियां गल्लां करदा दुक्की दा बंदा अनपढ़ लाड़ा उन्होंने ये वाड़ी जाते हैं क्योंकि जट ने बूट ने इस करके ताकि उन्होंने सदियों तक रोजी रोटी चलती रहे। उन्होंने इदां दे टुटे दंदां वाले चिट्टा पीण वाले बीड़ा पीण वाले बीड़ियां पीण वाले जट्टां नूं मंत्री बाजे के वर्गे जट जिहड़े बूट किस्म के जट ने अनपढ़ लाने हैं जिहड़े जरदा लाउंदे ने जिहड़े चिट्टा वेचते ने उहदी साली ने अड़ के उहदा कर दिता। इदां दे चिट कपड़िए ने साफ सुथरे ने जिन्हां नूं तमीज़ नहीं अकल नहीं अनपढ़ ने उदां दे व्यक्ति अमृतपाल दे नाल तुरे फिरदे आ। ਉਹ कभी चौधरी कृष्ण लाल का सौदा लाने की गल करते हैं, कभी मेरे बारे नहीं बोल सकते। मेरे वाले चाहे वो राजपूत है गुरप्रीत है चाहे मंत्री बाजे के जे किते मेरे ढे चढ़ गए मिर्चा वाली बोरी दे विच पा के इन्हां नूं बढ़ांगा लथूगा इन्हां दा बढ़ांगा लाउणगे मेरे लोग। मैं उस कम्यूनिटी नाल संबंध रखदा जेड़े पिछवाड़े च झाड़ू दे के मोर बना देंदे आ। और जे किसी कोई भुलेखे च होवे पुछ के देख लियो गुग्गू गिल नूं, पुछ के देख लियो योगराज नूं, पुछ के देख लियो दीप सिद्धू वर्गे नूं, चलो उहदी आत्मा नूं शांति मिले। उन्होंने पुछ के देख लियो वकीलनी सिमर गिल नूं, पुछ के देख लियो परजिंदर परवाने नूं, इन्हां दे मोर बनाए आ। मैं उस कम्यूनिटी के नाल संबंध रखदा, मैनूं माण आ, मेरे पिछे मेरा समाज आ, मेरी कौम आ, असीं भी सिख आ, लेकिन साडा एससी जिन्नी कम्यूनिटी आ वो सारी मैनूं प्यार करदी आ, मेरे नाल खड़ी आ। ते जिद्दण किते मंत्री बाजे के वर्गा या दोबारा किते अमृतपाल वर्गे ने किते साडी कम्यूनिटी के खिलाफ या मजहबी सिंघां के खिलाफ या किसी रहबर के खिलाफ या किसी शहीद के खिलाफ कोई शब्द बोलता ते चाहे अमृतपाल आ चाहे मंत्री बाजे के आ, मिर्चा वाली बोरी च पा के बढ़ांगा लथूगा कड़ापा चढ़ूगा ते मेरी कम्यूनिटी के लोग पछवाड़े च झाड़ू दे के मोर बना देणगे इन्हां लोकां नूं जे इन्हां ने किते साडे नाल उलझण दी कोशिश कीती। याद रखियो गुरु गोबिंद सिंह कलगीधर पिता ने रंगरेटे गुरु के बेटियां नूं छाती नाल लाया सीगा और इन्हां दी बहादरी ते ईमानदारी दे उत्ते मान सी। अज तुसीं अमृतपाल वर्गे नाल ते लखां च तुरे फिरदे आ। दुखी दे लोको तुसीं गुरु कलगीधर पिता दे नाल क्यों नहीं उहदे लखां दी तादाद च तुरे। अज अमृतपाल वर्गा जिहड़ा व्यक्ति सैटिंगां तुरवाउंदा फिरदा जिहड़ा असली गुरु ग्रंथ साहब जी का फलसफा उहनूं ते लागू नहीं करवा रहा। पिंडां च चार चार जाति आधारित गुरुद्वारे चार चार जाति आधारित शमशान घाट उधर नूं ते इहदा मूंह नहीं जांदा। आ जिहड़ा सुर सिंघी आ जिहड़ा जाति आधारित बाटे वखरे करके आ बाबा बकाली आ जाति आधारित वखरे करके बाटे गुरु साहब जी दे सिद्धांतां नूं दो कर रहा। इदां दे लोकां वाल ते तुसीं मूंह नहीं करदे क्योंकि तुहाडे छित्र फिरने आ उन्हां दे ते तुसीं जाके पैरां च बहिंदे आ है ते तुसीं गल्लां करदे आ मजहबी सिख रंगरेटे गुरु के बेटियां दी। याद रखियो साडी गिरज वांगू निगाह आ ते भावें 10 अपने नाल किराए दे भाड़े दे टट्टू रखी फिरे अमृतपाल ते भावें मंत्री बाजे के जिद्दण साडे लोकां दे हत्थे चढ़ गए साडे किसी रहबर दे शहीद दे किसी साडी कम्यूनिटी दे खिलाफ गल करती मिर्चा वाली बोरी दे विच पा के कड़ापा लथूगा पड़ाका लथूगा। याद रखियो भी मुड़के मंत्री बाजे के ये थानू जे किते थिया जावे ते मैं कहना भी मैं थोड़ी जुत्ती दे विच पानी पी लूंगा। समझ गए। सो इदां दे लोकां तो सावधान। बेजमीने घट जमीनां वाले जट भरावां नूं बेनतियां मेरे वीरो अपने नौजवान मुंडे धीआं पुत्तां नूं जागरूक करो। और थोड़ी संविधान दे विच थोड़ी
ਤੁਹਾਡੀ ਆਪਣੀ ਰਿਜ਼ਰਵੇਸ਼ਨ ਆ 52% ਅਦਰ ਬੈਕਵਰਡ ਕਲਾਸ ਦੀ ਇਸ ਟਾਈਮ 27% ਰਿਜ਼ਰਵੇਸ਼ਨ ਮਿਲਦੀ ਪਈ ਆ 25% ਘੱਟ ਆ ਜਿੰਨੀ ਗਿਣਤੀ ਆ ਉਧਰ ਅਦਰ ਬੈਕਵਰਡ ਕਲਾਸ ਦੀ OBC ਦੀ 52% ਗਿਣਤੀ ਨੂੰ 27% ਰਿਜ਼ਰਵੇਸ਼ਨ ਘੱਟ ਆ 52% ਗਿਣਤੀ ਨੂੰ 52% ਮੰਡਲ ਕਮਿਸ਼ਨ ਰਿਜ਼ਰਵੇਸ਼ਨ ਦੇਣ ਦੀ ਗੱਲ ਕਰਦਾ ਮੇਰੇ ਵੀਰੋ ਲਾਗੂ ਕਰਵਾਓ ਮੰਡਲ ਕਮਿਸ਼ਨ ਤੁਹਾਡੇ ਧੀਆਂ ਪੁੱਤ ਜਿਨ੍ਹਾਂ ਨੂੰ ਭੜਕਾਇਆ ਜਾ ਰਿਹਾ ਸਿੱਖ ਗੁਲਾਮ ਕੌਮ ਆ ਜਿਨ੍ਹਾਂ ਨੂੰ ਭੜਕਾਇਆ ਜਾ ਰਿਹਾ ਕਿ ਭਾਰਤ ਦਾ ਸੰਵਿਧਾਨ 25 ਆਰਟੀਕਲ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦਾ ਐਸਾ ਕੁਝ ਨਹੀਂ ਲਿਖਿਆ ਮੈਂ 10 ਲੱਖ ਰੁਪਇਆ ਨਾਮ ਰੱਖਿਆ ਸੀ ਤੇ ਨਾਲ ਇਹ ਵੀ ਗੱਲ ਕਹੀ ਸੀ ਵੀ ਛਿੱਤਰਾਂ ਦਾ ਹਾਰ ਲੈ ਕੇ ਆ ਜਾਓ ਸਾਡੇ ਨਾਲ ਪਬਲਿਕਲੀ ਡਿਬੇਟ ਕਰ ਲਓ ਕਿਸੇ ਮੰਚ ਦੇ ਉੱਤੇ ਜੇ ਤੁਸੀਂ ਸਾਬਤ ਕਰ ਦਿੰਦੇ ਹੋ ਕਿ ਆਰਟੀਕਲ 25 ਚ ਸਿੱਖਾਂ ਨੂੰ ਕਿਤੇ ਕੇਸਾਧਾਰੀ ਹਿੰਦੂ ਲਿਖਿਆ ਸਾਡੇ ਤੋਂ 10 ਲੱਖ ਰੁਪਇਆ ਲੈ ਜਿਓ ਸਾਡੇ ਗੱਲ ਛਿੱਤਰਾਂ ਦਾ ਹਾਰ ਪਾ ਦਿਓ ਛਿੱਤਰਾਂ ਦਾ ਹਾਰ ਲੈ ਕੇ ਆਓ ਤੇ ਸਹੀ ਮੈਂ ਚੈਲੰਜ ਕੀਤਾ ਅੱਜ ਤੱਕ ਕਿਉਂ ਨਹੀਂ ਬੋਲਿਆ ਮੈਨੂੰ ਲਾਲਚ ਦਿੱਤਾ ਜਾਂਦਾ ਆਰਟੀਕਲ 25 ਤੇ ਨਾ ਬੋਲ ਕਿਉਂਕਿ ਇਹਨਾਂ ਗਦਾਰ ਲੀਡਰਾਂ ਨੇ ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਜੱਟਾਂ ਦੇ ਬੱਚਿਆਂ ਨੂੰ ਚਾਹੁੰਦੇ ਇਹ ਲੋਕ ਤੁਹਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਮਰਵਾਉਣਾ ਚਾਹੁੰਦੇ ਆ ਪਹਿਲਾਂ 84 ਚ ਮਰਵਾਇਆ ਅਮੀਰ ਜੱਟਾਂ ਨੇ ਗਰੀਬ ਜੱਟਾਂ ਦੇ ਪੁੱਤਾਂ ਨੂੰ ਉਦੋਂ ਵੀ ਮਰਵਾਇਆ KPS ਵੀ ਜੱਟ ਸੀ ਔਰ ਤੁਸੀਂ ਸੋਚ ਕੇ ਦੇਖੋ ਵੀ 1984 ਦੇ ਵਿੱਚ ਅਮੀਰ ਜੱਟਾਂ ਨੇ ਗਰੀਬ ਜੱਟਾਂ ਦੇ ਨਾਲ ਦੁਸ਼ਮਣੀਆਂ ਕਰਦੇ ਹੋਏ ਉਹਨਾਂ ਦੇ ਧੀਆਂ ਪੁੱਤਾਂ ਦੇ ਐਨਕਾਊਂਟਰ ਕਰਵਾਏ ਉਹਨਾਂ ਨੂੰ ਮਰਵਾਇਆ ਚਾਹੇ ਉਹ ਪੁਲਿਸ ਦੇ ਵਿੱਚ ਸੀ ਚਾਹੇ ਉਹ ਕਿਤੇ ਵੀ ਸੀਗੇ ਉਹਨਾਂ ਨੂੰ ਜ਼ਬਰਦਸਤੀ ਮਰਵਾਇਆ ਗਿਆ ਗੁੰਮਰਾਹ ਕਰਕੇ ਮਰਵਾਇਆ ਗਿਆ ਇਹੀ ਲੋਕ ਨਹੀਂ ਚਾਹੁੰਦੇ ਕਿ ਧਾਰਾ 25 ਦੀ ਸਮਝ ਆ ਜਾਵੇ ਸਿੱਖਾਂ ਨੂੰ ਤੇ ਇਹ ਕਿਤੇ ਸਮਝ ਕੇ ਇਹ ਕਿਤੇ ਕੱਲ ਨੂੰ ਸਾਡੇ ਹੱਥਾਂ ਚੋਂ ਨਿਕਲ ਨਾ ਜਾਣ ਮੇਰੇ ਵੀਰੋ ਅਸੀਂ ਇਹਨਾਂ ਨੂੰ ਚੈਲੰਜ ਕੀਤਾ ਕਿ ਧਾਰਾ 25 ਉਹਦੇ ਚ ਦਿਖਾ ਦਿਓ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਸਾਡੇ ਤੋਂ 10 ਲੱਖ ਰੁਪਇਆ ਲੈ ਜਾਓ ਸਾਨੂੰ ਗਲਤ ਸਾਬਤ ਕਰਕੇ ਸਾਡੇ ਛਿੱਤਰਾਂ ਦਾ ਹਾਰ ਪਾ ਦਿਓ ਨਹੀਂ ਤਾਂ ਛਿੱਤਰਾਂ ਦਾ ਹਾਰ ਪਵਾ ਕੇ ਸਾਡੇ ਕੋਲੋਂ ਚਲ ਜਾਓ ਅਜੇ ਤੱਕ ਆਇਆ ਕੋਈ ਨਹੀਂ ਹੈ ਕਰੋੜਾਂ ਦੇ ਲਾਲਚ ਦਿੱਤੇ ਜਾ ਰਹੇ ਸੀ ਤੇਰੇ ਖਾਤੇ 'ਚ ਪੈਸੇ ਪਵਾ ਦੇਵਾਂਗੇ ਪਰ ਅਸੀਂ ਇਹਨਾਂ ਨੂੰ ਕਿਹਾ ਵੀ ਆਰਟੀਕਲ 25 ਦੇ ਬਾਰੇ ਬੋਲਣਾ ਬੰਦ ਨਹੀਂ ਕਰਨਾ ਅਸੀਂ ਮੰਡਲ ਕਮਿਸ਼ਨ ਦੀ ਜਾਣਕਾਰੀ ਆਪਣੇ ਗਰੀਬ ਜੱਟਾਂ ਨੂੰ ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਜੱਟਾਂ ਨੂੰ ਅਸੀਂ ਜਾਣਕਾਰੀ ਦਿੰਦੇ ਰਹਿਣਾ ਆ ਉਹਨਾਂ ਨੂੰ ਅਸੀਂ ਜਗਾਉਂਦੇ ਰਹਿਣਾ ਉਹ ਸਾਡੇ ਭਰਾ ਨੇ ਸਾਡਾ ਖੂਨ ਆ ਅਸੀਂ ਉਹਨਾਂ ਦੇ ਧੀਆਂ ਪੁੱਤਾਂ ਨੂੰ ਅਣਿਆਈ ਮੌਤ ਨਹੀਂ ਮਰਨ ਦੇਣਾ ਮੇਰੇ ਵੀਰੋ ਜਾਗਰੂਕ ਹੋ ਜਾਓ ਆ ਵਿੱਕੀ ਥੋਮਸ ਵਰਗਾ ਬੰਦਾ ਜੇ ਕ੍ਰਿਸਚਨ ਕੋਈ ਸਾਡੇ ਚ ਆਉਂਦਾ ਗੱਲ ਨਾ ਲਾਈਏ ਸਿੱਖੀ ਗੱਲ ਨਾਲ ਲਾਉਂਦੀ ਆ ਔਰ ਸੋਚੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਨਮਾਜ਼ੀ ਸਿੱਖ ਸੀ ਜਿਹੜੇ ਨਮਾਜ਼ ਕਰਨ ਵਾਲੇ ਨਬੀ ਖਾਨ ਗਨੀ ਖਾਨ ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ ਕਲਗੀਧਰ ਪਿਤਾ ਨੂੰ ਮਾਛੀਵਾੜੇ ਤੋਂ ਆਲਮਗੀਰ ਸਾਹਿਬ ਤੱਕ ਲੈ ਕੇ ਆਂਦਾ ਲੁਧਿਆਣੇ ਤੱਕ ਲੈ ਕੇ ਆਂਦਾ ਮੰਜਾ ਭੇਟ ਕੀਤਾ ਘੋੜਾ ਭੇਟ ਕੀਤਾ ਮੰਜੇ ਦੇ ਉੱਤੇ ਲੈ ਕੇ ਆਂਦਾ ਉਹ ਨਮਾਜ਼ੀ ਸਿੱਖ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਧਰਮ ਨਹੀਂ ਬਦਲਵਾਇਆ ਉਹਨਾਂ ਨੂੰ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਇਜਾਜ਼ਤ ਸੀ ਲੇਕਿਨ ਇਦਾਂ ਦੇ ਸਾਡੇ ਮੁਸਲਮਾਨ ਭਰਾਵਾਂ ਨੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਟਾਈਮ ਦੇ ਉੱਤੇ ਹਾਦਾ ਨਾਰਾ ਮਾਰਿਆ ਉਹ ਵੀ ਉਹਨਾਂ ਦਾ ਧਰਮ ਨਹੀਂ ਬਦਲਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਨਾਲ ਲਾਇਆ ਜਿਹੜਾ ਆਉਣਾ ਚਾਹੁੰਦਾ ਸਵਾਗਤ ਆ ਤੇ ਜਿਹੜੇ ਧਰਮ ਨੂੰ ਮੰਨਦਾ ਉਹਨਾਂ ਦੀ ਇੱਥੇ ਗੱਲਾਂ ਕਰੀ ਜਾਂਦੇ ਆ ਮੱਝਾ ਚੋਰ ਵਰਗੇ ਵੀ ਸਾਡੇ ਪਿੰਡ 'ਚ ਜੇ ਕੋਈ ਕ੍ਰਿਸਚਨ ਵੜੂਗਾ ਤੇ ਲੱਤਾਂ ਤੋੜ ਦਾਂਗੇ ਇਹ ਤੈਨੂੰ ਥੋੜੇ ਦਿਨਾਂ ਤੱਕ ਪਤਾ ਲੱਗ ਜਾਊਗਾ ਵੀ ਲੱਤਾਂ ਕਿਹਦੀਆਂ ਟੁੱਟਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਾਥੀਓ ਧੰਨਵਾਦ ਸਾਥੀਓ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।